जी की फतेह है। विघ्न विनाशन सोए। कहो देश अपने की बात, किस प्रकार को तहाँ बिरतांत। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, इलाही गुरबाणी दे कीर्तन आप संगतां ने सरवण कीते। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ ਨੇ। ਕਸ਼ਮੀਰ ਤੋਂ ਚੱਲ ਕੇ ਕਸ਼ਮੀਰੀ ਪੰਡਤ ਜੋ ਬ੍ਰਾਹਮਣ ਨੇ, ਇਹਨਾਂ ਦਾ ਮੁਖੀ ਜਥੇਦਾਰ ਨਾਮ ਹੈ ਕਿਰਪਾ ਰਾਮ। ਕਿਰਪਾ ਰਾਮ ਬ੍ਰਾਹਮਣ ਇਹਨਾਂ ਨੂੰ ਨਾਲ ਲੈ ਕੇ ਇਹ ਜਿਹੜੇ ਪੰਡਤ ਨੇ ਆਪਣਾ ਧਰਮ ਬਚਾਉਣ ਵਾਸਤੇ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕੀਤਾ ਹੈ ਕਸ਼ਮੀਰ ਦੇ ਸੂਬੇਦਾਰ ਨੂੰ ਕਿ ਜਿੰਨੇ ਕਸ਼ਮੀਰ ਵਿੱਚ ਜੰਮੂ ਵਿੱਚ ਹਿੰਦੂ ਰਹਿੰਦੇ ਨੇ ਇਹਨਾਂ ਨੂੰ ਮੁਸਲਮਾਨ ਬਣਾਓ। ਸੂਬੇਦਾਰ ਨੇ ਜਦੋਂ ਅਤਿਆਚਾਰ ਸ਼ੁਰੂ ਕੀਤੇ ਤੇ ਉਸ ਵੇਲੇ ਇਹ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਨੇ ਬੇਨਤੀ ਕਰਨ ਵਾਸਤੇ। ਹੁਣ ਮਹਾਰਾਜ ਜਾਣਦੇ ਤੇ ਸਾਰਾ ਕੁਝ ਨੇ, ਪਰ ਫਿਰ ਵੀ ਮਹਾਰਾਜ ਇਹਨਾਂ ਨੂੰ ਕੀ ਪੁੱਛਣਗੇ ਔਰ ਇਹ ਕਿਸ ਤਰ੍ਹਾਂ ਜਵਾਬ ਦਿੰਦੇ ਨੇ। ਗੁਰੂ ਨਾਵੇਂ ਪਾਤਸ਼ਾਹ ਕੀ ਅੱਗੇ ਕਲਾ ਵਰਤਾਉਣਗੇ ਆਪਾਂ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹੋ ਦੇਸ਼ ਆਪਣੇ ਕੀ ਬਾਤ। ਜਦੋਂ ਇਹਨਾਂ ਸਾਰੇ ਕਸ਼ਮੀਰ ਤੋਂ ਆਏ ਹੋਏ ਬ੍ਰਾਹਮਣਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਿਆ, ਪੰਡਤ ਕਿਰਪਾ ਰਾਮ ਇਹਨਾਂ ਦਾ ਮੁਖੀ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਸਵਾਲ ਪੁੱਛਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਆਪਣੇ ਦੇਸ਼ ਦਾ, ਜਿੱਥੋਂ ਤੁਸੀਂ ਆਏ ਹੋ ਕਸ਼ਮੀਰ ਦਾ ਹਾਲ ਸੁਣਾਓ ਵੀ ਉਸ ਇਲਾਕੇ ਦਾ ਕਿਸ ਤਰ੍ਹਾਂ ਦਾ ਬਿਰਤਾਂਤ ਹੈ, ਕਿਵੇਂ ਦਾ ਉੱਥੇ ਹਾਲ ਹੈ, ਕੀ ਉੱਥੇ ਹੋ ਰਿਹਾ ਹੈ, ਉਹਦੇ ਬਾਰੇ ਦੱਸਣਾ ਕਰੋ। ਕਿਸ ਪ੍ਰਕਾਰ ਕੋ ਤਹਾਂ ਬਿਰਤਾਂਤ। ਉੱਥੇ ਕਿਸ ਤਰ੍ਹਾਂ ਦਾ ਵਰਤਾਰਾ ਵਰਤਦਾ ਪਿਆ ਹੈ, ਕਿਵੇਂ ਲੋਕ ਉੱਥੇ ਸੁਖੀ ਨੇ ਕਿ ਦੁਖੀ ਨੇ, ਕਿਸ ਤਰ੍ਹਾਂ ਦੀ ਫਸਲਬਾੜੀ ਹੈ, ਕਿਵੇਂ ਦਾ ਉੱਥੇ ਮੌਸਮ ਹੈ, ਕੀ ਉੱਥੋਂ ਦੇ ਕਾਨੂੰਨ ਨੇ ਜਾਂ ਕੀ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹੈ, ਤੁਸੀਂ ਆਪਣੇ ਬਾਰੇ ਸਾਨੂੰ ਦੱਸਣਾ ਕਰੋ। ਅਬ ਕੇ ਤੁਮ ਬਹੁ ਵਿਦਿਆਵਾਨ। ਤੇ ਗੱਲ ਇਹ ਹੈ ਵੀ ਤੁਸੀਂ ਸਾਰੇ ਆਏ ਹੋ ਤੇ ਹੈ ਸਾਰੇ ਵਿਦਿਆ ਵਾਲੇ ਪੰਡਤ ਨੇ ਨਾ, ਪੰਡਤ ਨਾਮ ਹੀ ਵਿਦਵਾਨ ਦਾ। ਇਹ ਸਾਰੇ ਜਨੇਊ ਧਾਰੀ ਬ੍ਰਾਹਮਣ ਸਨ ਜਿਹੜੇ ਮਹਾਰਾਜ ਦੇ ਕੋਲ ਆਏ। ਸਤਿਗੁਰਾਂ ਨੇ ਇਹਨਾਂ ਦੇ ਲਿਬਾਸ ਵੇਖ ਕੇ ਵੀ ਇਹ ਪੂਰੇ ਧਰਮ ਦੇ ਵਿੱਚ ਪ੍ਰਪੱਕ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇੰਨੇ ਵਿਦਵਾਨ ਇਕੱਠੇ ਹੋ ਕੇ ਤੁਸੀਂ ਆਏ ਹੋ, ਕੋਈ ਕਾਰਨ ਤੇ ਹੋਵੇਗਾ ਨਾ, ਨਹੀਂ ਤੇ ਇੱਕ ਬੰਦਾ ਆ ਜਾਵੇ 2 5 10 ਆ ਸਕਦੇ। ਤੁਸੀਂ ਸੈਂਕੜਿਆਂ ਦੀ ਗਿਣਤੀ ਵਿੱਚ ਆਏ ਹੋ, ਕਈ 100 ਵਿਦਵਾਨ ਇਕੱਠੇ ਹੋ ਕੇ ਆਏ ਹੋ, ਕੀ ਕਾਰਨ ਹੈ। ਆਏ ਸੰਗ ਨ ਸੰਗਤ ਆਨ। ਪਰ ਵਿਦਵਾਨ ਤੇ ਇੱਕ ਹੀ ਆਵੇ ਤੇ ਉਹਦੇ ਨਾਲ ਕੁਝ ਨਾ ਕੁਝ ਸੰਗਤ ਜ਼ਰੂਰ ਹੁੰਦੀ ਹੈ, ਜਿਨ੍ਹਾਂ ਨੂੰ ਉਹ ਪ੍ਰਚਾਰ ਕੇ, ਜਿਨ੍ਹਾਂ ਨੂੰ ਉਹ ਪ੍ਰੇਰ ਕੇ ਲੈ ਕੇ ਆਉਂਦਾ। ਪਰ ਤੁਸੀਂ ਏਡੀ ਵੱਡੀ ਗਿਣਤੀ ਵਿੱਚ ਵਿਦਵਾਨ ਹੀ ਇਕੱਲੇ ਆਏ ਹੋ, ਸੰਗਤ ਕਿਉਂ ਨਹੀਂ ਤੁਹਾਡੇ ਨਾਲ ਆਈ। ਤੁਸੀਂ ਵਿਦਵਾਨ ਹੋ, ਧਰਮ ਦੇ ਪੈਰੋਕਾਰ ਹੋ, ਧਰਮ ਨੂੰ ਅੱਗੇ ਸੁਣਾਉਣ ਵਾਲੇ ਹੋ, ਧਰਮ ਦਾ ਵਿਖਿਆਨ ਕਰਨ ਵਾਲੇ ਹੋ, ਕਥਾ ਕਰਨ ਵਾਲੇ ਹੋ। ਇੰਨਾ ਤੁਹਾਡੇ ਕੋਲ ਗਿਆਨ ਹੈ ਗ੍ਰੰਥਾਂ ਦਾ, ਔਰ ਇੰਨੇ ਤੁਸੀਂ ਉੱਚ ਕੋਟੀ ਦੇ ਬ੍ਰਾਹਮਣ ਹੋ, ਤੇ ਪਾਤਸ਼ਾਹ ਕਹਿੰਦੇ ਇਕੱਲੇ ਹੀ ਕਿਉਂ ਆਏ ਹੋ, ਤੁਹਾਡੇ ਨਾਲ ਸੰਗਤ ਕਿਉਂ ਨਹੀਂ ਆਈ, ਉਹਦੇ ਬਾਰੇ ਦੱਸਣਾ ਕਰੋ। ਸਮਨ ਜਾਤ ਕੇ ਸਿੱਖ ਹਮਾਰੇ। ਕਿਉਂਕਿ ਸਾਡੇ ਤੇ ਸਿੱਖ ਸਾਰੀਆਂ ਜਾਤਾਂ ਦੇ ਨੇ, ਸਿੱਖ ਦੀ ਜਾਤ ਕੋਈ ਨਹੀਂ ਹੈ। ਜਿਹੜਾ ਬ੍ਰਾਹਮਣ ਹੈ ਉਹ ਵੀ ਸਿੱਖ ਹੋ ਸਕਦਾ ਹੈ, ਖੱਤਰੀ ਵੀ ਸਿੱਖ ਹੋ ਸਕਦਾ ਹੈ, ਹੋਰ ਵੀ ਜੇ ਕੋਈ ਜਾਤ ਹੈ ਉਹ ਸਾਰੇ ਹੀ ਸਿੱਖ ਬਣ ਸਕਦੇ। ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ। ਨਾਨਕ ਕੇ ਘਰ ਕੇਵਲ ਨਾਮ, ਇੱਥੇ ਕੇਵਲ ਨਾਮ ਦੀ ਗੱਲ ਹੈ। ਤੇ ਨਾਮ ਜਿਹੜਾ ਹੈ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਨਾਮ ਨੂੰ ਕੋਈ ਵੀ ਬੰਦਾ, ਇਸਤਰੀ ਹੈ ਕਿ ਮਰਦ ਹੈ, ਭਿਖਾਰੀ ਹੈ ਕਿ ਰਾਜਾ ਹੈ, ਗਰੀਬ ਹੈ ਕਿ ਅਮੀਰ ਹੈ, ਕਿਸੇ ਵੀ ਜਾਤ ਦਾ ਕੋਈ ਵੀ ਜਪ ਸਕਦਾ।
ਸਤਿਗੁਰੂ ਕਹਿਣ ਲੱਗੇ ਸਾਡੇ ਘਰ ਵਿੱਚ ਸਿੱਖ ਧਰਮ ਦੇ ਵਿੱਚ ਇੱਥੇ ਕਿਸੇ ਜਾਤ ਦੀ ਗੱਲ ਨਹੀਂ ਹੈ ਵੀ ਇਕੱਲਾ ਬ੍ਰਾਹਮਣ ਹੀ ਮੱਥਾ ਟੇਕ ਸਕਦਾ, ਦੂਜਾ ਨਹੀਂ ਟੇਕ ਸਕਦਾ। ਇੱਥੇ ਸਾਰੇ ਧਰਮਾਂ ਦੇ, ਸਾਰੇ ਜਾਤਾਂ ਦੇ ਲੋਕ ਸਾਡੇ ਕੋਲ ਆਉਂਦੇ ਹਨ। ਮਿਲ ਆਵਤ ਸੋ ਬਿਦ ਨਾ ਨਿਹਾਰੇ। ਤੇ ਅਸੀਂ ਉਹ ਵਿਧੀ ਵੇਖੀ ਨਹੀਂ। ਤੁਹਾਡੇ ਵਿੱਚ ਤੁਸੀਂ ਇਕੱਲੇ ਵਿਦਵਾਨ ਹੀ ਆਏ ਹੋ, ਬ੍ਰਾਹਮਣ ਆਏ ਹੋ, ਤੁਸੀਂ ਬੋਧੀਆਂ ਰੱਖੀਆਂ ਹੋਈਆਂ, ਜਨੇਊ ਪਾਏ ਹੋਏ, ਤੁਸੀਂ ਇੱਕ ਧਰਮ ਦੇ ਵਿਦਵਾਨ ਇਕੱਠੇ ਹੋ ਕੇ ਇੰਨੇ ਆ ਗਏ ਹੋ, ਤੁਹਾਡੇ ਨਾਲ ਸੰਗਤ ਕਿਉਂ ਨਹੀਂ ਆਈ? ਇਹਦਾ ਕਾਰਨ ਕੀ ਹੈ? ਦਰਸ਼ਨ ਹਿਤ ਕੈ ਕਾਰਜ ਔਰ। ਸਤਿਗੁਰਾਂ ਨੇ ਫਿਰ ਅਗਲਾ ਸਵਾਲ ਆਪੇ ਕੀਤਾ। ਹਾਲੇ ਬੋਲੇ ਨਹੀਂ, ਮੂੰਹ ਦੇ ਵਿੱਚ ਇਹਨਾਂ ਨੇ ਤੀਲੇ ਲਾਏ ਹੋਏ, ਘਾਹ ਦੇ ਡੱਕੇ ਮੂੰਹ ਵਿੱਚ ਪਾਏ ਹੋਏ ਸਨ, ਬੋਲੇ ਨਹੀਂ। ਮਹਾਰਾਜ ਨੇ ਅਗਲਾ ਸਵਾਲ ਫਿਰ ਕੀਤਾ। ਸਵਾਲ ਇਹ ਸੀ, ਮਹਾਰਾਜ ਕਹਿੰਦੇ ਦਰਸ਼ਨ ਕਰਨ ਵਾਸਤੇ ਆਏ ਹੋ ਜਾਂ ਕਿਸੇ ਹੋਰ ਕੰਮ ਆਏ ਹੋ? ਜੇ ਤੇ ਦਰਸ਼ਨ ਕਰਨ ਵਾਸਤੇ ਆਏ ਹੁੰਦੇ ਤੁਹਾਡੇ ਨਾਲ ਸੰਗਤ ਵੀ ਆਉਣੀ ਸੀ, ਬੀਬੀਆਂ ਵੀ ਆਉਂਦੀਆਂ, ਬੱਚੇ ਵੀ ਆਉਂਦੇ, ਬਜ਼ੁਰਗ ਵੀ ਆਉਂਦੇ, ਸਾਰੇ ਤਰ੍ਹਾਂ ਦੇ, ਅਮੀਰ ਤੇ ਗਰੀਬ ਵੀ ਆਉਂਦੇ। ਤੁਹਾਡੇ ਨਾਲ ਸੰਗਤ ਨਹੀਂ ਆਈ, ਇਹਦਾ ਮਤਲਬ ਇਹ ਹੈ ਵੀ ਤੁਸੀਂ ਦਰਸ਼ਨ ਕਰਨ ਨਹੀਂ, ਤੁਸੀਂ ਕਿਸੇ ਹੋਰ ਕੰਮ ਆਏ ਹੋ। ਮਿਲ ਆਏ ਤਜ ਕੈ ਨਿਜ ਠੌਰ। ਤੁਸੀਂ ਆਪਣਾ ਘਰ ਛੱਡ ਕੇ ਆਏ ਹੋ, ਇੰਨੀ ਦੂਰੋਂ ਕਸ਼ਮੀਰ ਤੋਂ ਚੱਲੇ ਹੋ, ਅਨੰਦਪੁਰ ਪਹੁੰਚੇ ਹੋ, ਕੋਈ ਜ਼ਰੂਰੀ ਕੰਮ ਹੋਵੇਗਾ ਤਾਂ ਤੁਸੀਂ ਸਾਡੇ ਕੋਲ ਆਏ ਹੋ। ਸੁਨਤ ਦਿਜਨ ਕਰ ਜੋਰ ਉਚਾਰੀ। ਜਦੋਂ ਮਹਾਰਾਜ ਨੇ ਕੀਤੇ ਨਾ ਸਵਾਲ, ਇੱਕ ਸਵਾਲ ਇਹ ਸੀ ਵੀ ਤੁਹਾਡੇ ਦੇਸ਼ ਦਾ ਕੀ ਹਾਲ ਹੈ, ਦੂਜਾ ਸਵਾਲ ਇਹ ਸੀ ਵੀ ਇੰਨੇ ਵਿਦਵਾਨ ਆਏ ਹੋ, ਸੰਗਤ ਕਿਉਂ ਨਹੀਂ ਨਾਲ ਆਈ, ਤੀਜਾ ਸਵਾਲ ਇਹ ਹੈ ਵੀ ਜੇ ਸੰਗਤ ਨਾਲ ਨਹੀਂ ਆਈ ਤੇ ਇਹਦਾ ਮਤਲਬ ਹੈ ਵੀ ਤੁਹਾਨੂੰ ਕੋਈ ਕੰਮ ਜ਼ਰੂਰੀ ਪੈ ਗਿਆ। ਇਹ ਸਾਰੇ ਸਵਾਲ ਸੁਣ ਕੇ ਇਹ ਜਿਹੜਾ ਪੰਡਤ ਕਿਰਪਾ ਰਾਮ ਸੀ ਨਾ, ਮੁਖੀਆ ਇਹਨਾਂ ਦਾ ਮੋਹਰੀ, ਹੱਥ ਜੋੜ ਕੇ ਕਹਿਣ ਲੱਗਾ ਹੈ, ਹਸਤਾ ਮਲ ਜਿਮ ਜਾਨੂ ਸਾਰੀ। ਮਹਾਰਾਜ ਜਿਵੇਂ ਹੱਥ ਤੇ ਔਲਾ ਰੱਖਿਆ ਹੋਵੇ ਨਾ, ਤੇ ਉਹ ਔਲੇ ਦਾ ਗਿਆਨ ਹੱਥ ਤੇ ਰੱਖਣ ਵਾਲੇ ਨੂੰ ਹੁੰਦਾ ਵੀ ਔਲਾ ਗੋਲ ਹੈ ਕਿ ਟੇਢਾ ਹੈ ਕਿ ਲੰਮਾ ਹੈ ਕਿ ਕਿਧਰੋਂ ਖਰਾਬ ਹੈ ਕਿ ਕਿਧਰੋਂ ਸਾਰਾ ਠੀਕ ਹੈ। ਜਿਵੇਂ ਔਲਾ ਹੱਥ ਤੇ ਰੱਖਿਆ ਹੋਵੇ ਤੇ ਹੱਥ ਤੇ ਰੱਖਣ ਵਾਲਾ ਔਲੇ ਬਾਰੇ ਸਭ ਕੁਝ ਜਾਣ ਲੈਂਦਾ। ਸਤਿਗੁਰੂ ਇਸੇ ਤਰ੍ਹਾਂ ਸਾਰੀ ਧਰਤੀ ਤੁਹਾਡੇ ਹੱਥ ਦੀ ਤਲੀ ਤੇ ਹੈ, ਤੁਸੀਂ ਤੇ ਸਭ ਕੁਝ ਹੀ ਜਾਣਦੇ ਹੋ, ਕਸ਼ਮੀਰ ਤੁਹਾਡੇ ਤੋਂ ਦੂਰ ਕੋਈ ਨਹੀਂ। ਤੁਹਾਨੂੰ ਤੇ ਵੀ ਪਤਾ ਪਤਾਲ ਵਿੱਚ ਕੀ ਹੁੰਦਾ ਪਿਆ, ਤੁਹਾਨੂੰ ਤੇ ਵੀ ਪਤਾ ਸਵਰਗ ਵਿੱਚ ਕੀ ਹੁੰਦਾ ਪਿਆ, ਤੇ ਮਹਾਰਾਜ ਕਸ਼ਮੀਰ ਵਿੱਚ ਵੀ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ ਪਿਆ। ਪੰਡਤ ਕਹਿ ਰਿਹਾ ਹੈ, ਮਹਾਰਾਜ ਤੁਸੀਂ ਤੇ ਸਭ ਕੁਝ ਜਾਣਦੇ ਹੋ। ਤੀਨ ਲੋਕ ਕੋ ਅਖਿਲ ਬ੍ਰਤੰਤ। ਜਿਹੜੇ ਤਿੰਨ ਲੋਕ ਨੇ ਨਾ, ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ, ਉਹਨਾਂ ਵਿੱਚ ਕੀ ਕੀ ਹੁੰਦਾ ਪਿਆ ਸਤਿਗੁਰੂ ਤੁਸੀਂ ਸਭ ਜਾਣਦੇ ਹੋ। ਹਿਰਦੈ ਗਿਆਤ ਸ੍ਰੀ ਗੁਰ ਪ੍ਰਗਵੰਤ। ਸਤਿਗੁਰੂ ਜੀ ਤੁਸੀਂ ਪਰਮੇਸ਼ਰ ਹੋ ਤੇ ਪਰਮੇਸ਼ਰ ਨੂੰ ਸਭ ਗਿਆਨ ਹੁੰਦਾ, ਤੁਹਾਨੂੰ ਸਭ ਪਤਾ ਵੀ ਕਿੱਥੇ ਕੀ ਹੁੰਦਾ ਹੈ। ਤੋ ਹੁਕਮ ਬੂਝਨ ਹਿਤ ਕਯੋ। ਪਰ ਤੁਹਾਨੂੰ ਭਾਵੇਂ ਪਤਾ ਹੀ ਹੋਵੇ, ਪਰ ਗੱਲ ਇਹ ਆ ਵੀ ਸਿੱਖ ਦਾ ਕੰਮ ਹੈ ਹੁਕਮ ਮੰਨਣਾ। ਤੁਸੀਂ ਸਾਨੂੰ ਹੁਕਮ ਕੀਤਾ ਵੀ ਦੱਸੋ ਕਿਸ ਵਾਸਤੇ ਅਸੀਂ ਆਏ ਹਾਂ, ਪਤਾ ਤੁਹਾਨੂੰ ਹੈ, ਪਰ ਸਾਡਾ ਕੰਮ ਤੇ ਬਚਨ ਮੰਨਣਾ ਨਾ, ਹੁਕਮ ਮੰਨਣਾ। ਅਸੀਂ ਹੁਕਮ ਮੰਨਿਆ, ਅਸੀਂ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਕਿਉਂ ਆਏ ਹਾਂ। ਸੁਣੋ ਪ੍ਰਸੰਗ ਦੇ ਜਿਮ ਭਇਓ। ਸਤਿਗੁਰੂ ਪਾਤਸ਼ਾਹ ਸਾਡੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਨਾ ਕਸ਼ਮੀਰ ਦੇ ਵਿੱਚ, ਉਹ ਤੁਸੀਂ ਸਾਰੀ ਕਹਾਣੀ ਤੁਹਾਨੂੰ ਦੱਸਦੇ ਹਾਂ ਵੀ ਸਾਡੇ ਦੇਸ਼ ਵਿੱਚ ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ। ਸਾਰਾ ਪ੍ਰਸੰਗ, ਸਾਰੀ ਗੱਲਬਾਤ ਆਪਣੇ ਦੇਸ਼ ਦੀ ਤੁਹਾਨੂੰ ਦੱਸਦੇ ਹਾਂ। ਚਿਰੰਕਾਲ ਕੋ ਰਾਜ ਜਮਨ ਕੋ। ਸਤਿਗੁਰੂ ਪਾਤਸ਼ਾਹ ਦੇ ਨਾਲ ਸੰਗਤਾਂ ਬੈਠੀਆਂ ਹੋਈਆਂ, ਇਹਨਾਂ ਨੇ ਗੱਲ ਇਹ ਸ਼ੁਰੂ ਕੀਤੀ ਹੈ, ਕਹਿੰਦੇ ਜੀ ਬੜੇ ਲੰਮੇ ਸਮੇਂ ਤੋਂ ਮੁਗਲਾਂ ਦਾ ਰਾਜ ਹਿੰਦੁਸਤਾਨ ਦੀ ਧਰਤੀ ਤੇ ਹੈ। ਤਕਰੀਬਨ 7 ਪੀੜ੍ਹੀਆਂ 8 ਪੀੜ੍ਹੀਆਂ ਤੱਕ ਪੀੜ੍ਹੀ ਦਰ ਪੀੜ੍ਹੀ ਰਾਜ ਕੀਤਾ। ਭਾਵੇਂ ਪਹਿਲਾਂ ਧਾੜਵੀ ਵੀ ਆਉਂਦੇ ਰਹੇ ਨੇ, ਲੁੱਟ ਕੇ ਲੈ ਜਾਂਦੇ ਰਹੇ, ਮੁਹੰਮਦ ਗਜਨਵੀ ਵਰਗੇ, ਮੁਹੰਮਦ ਗੌਰੀ ਵਰਗੇ ਕਈ ਆਏ ਨੇ, ਚੜ੍ਹ ਕੇ ਲੁੱਟ ਕੇ ਲੈ ਗਏ। ਪਰ ਪੀੜ੍ਹੀ ਦਰ ਪੀੜ੍ਹੀ ਰਾਜ ਬਾਬਰ ਤੋਂ ਸ਼ੁਰੂ ਹੋ ਗਿਆ। ਬਾਬਰ ਨੇ ਰਾਜ ਕੀਤਾ, ਹਿਮਾਯੂ ਨੂੰ ਰਾਜ ਕੀਤਾ, ਅਕਬਰ ਨੇ ਰਾਜ ਕੀਤਾ, ਜਹਾਂਗੀਰ ਨੇ ਰਾਜ ਕੀਤਾ, ਸ਼ਾਹਜਹਾਂ ਨੇ ਰਾਜ ਕੀਤਾ, ਔਰੰਗਜ਼ੇਬ ਨੇ ਰਾਜ ਕੀਤਾ। ਮਹਾਰਾਜ ਮੁਗਲਾਂ ਦਾ ਰਾਜ ਤੇ ਪੀੜ੍ਹੀ ਦਰ ਪੀੜ੍ਹੀ ਕਈ 100 ਸਾਲ ਤੋਂ ਇਹਨਾਂ ਦਾ ਰਾਜ ਬਣਿਆ ਹੋਇਆ ਹੈ। ਪੀੜਤ ਪ੍ਰਜਾ ਲੇਤ ਧਨਗਨ ਕੋ। ਪਰ ਮਹਾਰਾਜ ਇਹਨਾਂ ਦੇ ਰਾਜ ਵਿੱਚ ਪ੍ਰਜਾ ਬੜੀ ਦੁਖੀ ਹੈ, ਬੜੀ ਦੁਖੀ ਪ੍ਰਜਾ ਨੂੰ ਕਰ ਛੱਡਿਆ, ਮਾਰ ਮਾਰ ਕੇ, ਕੁੱਟ ਕੁੱਟ ਕੇ, ਤੇ ਪ੍ਰਜਾ ਦੇ ਕੋਲੋਂ ਧਨ ਲੈਂਦੇ, ਮਾਇਆ ਲੈਂਦੇ, ਕਦੇ ਟੈਕਸ ਦੇ ਰੂਪ ਵਿੱਚ ਲੈ ਲੈਂਦੇ, ਕਦੇ ਦੰਡ ਦੇ ਰੂਪ ਵਿੱਚ ਵੀ ਤੂੰ ਫਲਾਣਾ ਕੰਮ ਗਲਤ ਕੀਤਾ ਸੀ, ਇੰਨੇ ਪੈਸਿਆਂ ਦੀ ਭਰਪਾਈ ਕਰੇਗਾ ਤੇ ਤੈਨੂੰ ਛੱਡਾਂਗੇ, ਨਹੀਂ ਤੇ ਤੈਨੂੰ ਜੇਲ੍ਹ ਵਿੱਚ ਰੱਖਾਂਗੇ। ਕਦੇ ਡੰਨ ਲਾ ਕੇ, ਕਦੇ ਟੈਕਸ ਲਾ ਕੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਕੋਲੋਂ ਪੈਸਾ ਖੋ ਕੇ ਲੋਕਾਂ ਨੂੰ ਕੰਗਾਲ ਕਰਦੇ ਹਨ। ਅਬਹਿ ਦੁਸ਼ਟਤਾ ਅਧਿਕ ਉਠਾਈ। ਪਰ ਮਹਾਰਾਜ ਇਹ ਤੇ ਚਲੋ ਗੱਲ ਇਹ ਹੈ
ਵੀ ਮਾਇਆ ਚਲੇਗੀ, ਧਨ ਚਲਾ ਗਿਆ, ਤੇ ਬੰਦਾ ਇਹ ਸੋਚਦਾ ਵੀ ਮੇਰੀ ਜ਼ਿੰਦਗੀ ਤੇ ਹੈ ਨਾ, ਫਿਰ ਕਮਾ ਲਵਾਂਗਾ। ਪਰ ਮਹਾਰਾਜ ਗੱਲ ਇੱਥੇ ਰੁਕੀ ਨਹੀਂ, ਹੁਣ ਤੇ ਇਹਨਾਂ ਨੇ ਹੋਰ ਪਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਚਾਹਤ ਹਿੰਦੂ ਤੁਰਕ ਬਨ ਜਾਈ। ਸਤਿਗੁਰੂ ਪਾਤਸ਼ਾਹ ਪੁੱਛਣ ਲੱਗੇ, ਕਹਿੰਦੇ ਹੋਰ ਕਿਹੜਾ ਪਾਪ ਸ਼ੁਰੂ ਹੋਇਆ? ਕਹਿਣ ਲੱਗੇ ਜੀ ਇਹ ਤੇ ਹੁਣ ਚਾਹੁੰਦੇ ਨੇ ਵੀ ਹਿੰਦੂ ਧਰਮ ਹੀ ਖਤਮ ਕਰ ਦਈਏ। ਉਹਨਾਂ ਨੇ ਸਹੁੰ ਹੀ ਪਾ ਦਿੱਤੀ ਹੈ, ਉਹਨਾਂ ਨੇ ਪ੍ਰਣ ਕਰ ਲਿਆ ਵੀ ਜੋ ਮਰਜ਼ੀ ਹੋ ਜਾਵੇ, ਅਸੀਂ ਹਿੰਦੂ ਧਰਮ ਦੁਨੀਆ ਤੇ ਰਹਿਣ ਹੀ ਨਹੀਂ ਦੇਣਾ, ਖਤਮ ਹੀ ਕਰ ਦੇਣਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਧਰਮ ਨੂੰ ਮੁਕਾਉਣਾ ਚਾਹੁੰਦੇ ਹਨ। ਦੇਸ਼ ਪਹਾਰਨ ਕੋ ਸਬਜਈ। ਕਿਉਂ? ਕਿਉਂਕਿ ਪਹਾੜਾਂ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਹਨ, ਧਰਮ ਵਿਗਾਰ ਜਮਨ ਤੇ ਭੇਤਈ। ਤੇ ਇਹਨਾਂ ਸਾਰਿਆਂ ਨੇ, ਮੁਗਲਾਂ ਨੇ ਉਹਨਾਂ ਦੇ ਜਨਮ ਨੂੰ ਵਿਗਾੜ ਦਿੱਤਾ ਹੈ, ਭ੍ਰਿਸ਼ਟ ਕਰ ਦਿੱਤਾ ਹੈ। ਜਿੰਨੇ ਪਹਾੜੀਏ ਲੋਕ ਨੇ, ਪਹਾੜਾਂ ਤੇ ਰਹਿਣ ਵਾਲੇ, ਜਿੰਨੇ ਵੀ ਹਿੰਦੂ ਨੇ, ਬ੍ਰਾਹਮਣ ਨੇ, ਖੱਤਰੀ ਨੇ, ਇਹ ਉਹਨਾਂ ਸਾਰਿਆਂ ਦਾ ਧਰਮ ਵਿਗਾੜਨ ਵਾਸਤੇ ਦਿਨੇ ਰਾਤ ਸਮੇਂ ਦੀ ਸਰਕਾਰ ਬੜੀਆਂ ਕੋਝੀਆਂ ਚਾਲਾਂ ਚੱਲਦੀ ਪਈ ਹੈ। ਉਤਰੇ ਜਗ ਉਪਵੀਤ ਏਕ ਦਿਨ। ਸਤਿਗੁਰੂ ਪਾਤਸ਼ਾਹ ਜੀ, ਸਾਡੇ ਜਿਹੜੇ ਜਗ ਪਵੀਤ ਕਿਹਾ ਜਾਂਦਾ, ਜਨੇਊ ਨੂੰ ਸਾਡੇ ਜਨੇਊ ਰੋਜ਼ ਲੈਂਦੇ ਹਨ। ਤੋਲਨ ਕਰੇ ਸੋ ਭਏ ਸਵਾ ਮਨ। ਉਹ ਉਹਨਾਂ ਦੀ ਗਿਣਤੀ ਜਿਹੜੀ ਹੈ ਨਾ, ਸਵਾ ਮਨ ਹੋਈ ਹੈ। ਸਵਾ ਮਨ ਭਾਰ ਸਾਡੇ ਗਲ ਦੇ ਲੱਥੋਏ ਜਨੇਊ ਦਾ ਹੋਇਆ। ਇੱਕ ਬ੍ਰਾਹਮਣ ਇੱਕ ਜਨੇਊ ਗਲ ਵਿੱਚ ਪਾਉਂਦਾ। ਬ੍ਰਾਹਮਣ ਪਾ ਸਕਦਾ ਜਨੇਊ, ਬ੍ਰਾਹਮਣ ਦੀ ਘਰਵਾਲੀ ਨਹੀਂ ਪਾ ਸਕਦੀ ਹੈ। ਤੇ ਉਹ ਜਨੇਊ ਸੂਤ ਦਾ ਬਣਿਆ ਹੁੰਦਾ। ਤੇ ਪਾਤਸ਼ਾਹ ਕਹਿਣ ਲੱਗੇ, ਸੂਤ ਦਾ ਬਣਿਆ ਜਨੇਊ, ਰੂਈ ਤੋਂ ਬਣਿਆ, ਕਿੰਨਾ ਕੁ ਭਾਰ ਹੋਵੇਗਾ? 1 ਗ੍ਰਾਮ ਵੀ ਹੋ ਸਕਦਾ ਕਿ ਜਨੇਊ ਦਾ ਭਾਰ ਨਾ ਹੋਵੇ। ਪਰ ਇੰਨੇ ਲੱਥੇ ਗਲਾਂ ਦੇ ਵਿੱਚੋਂ ਜਨੇਊ ਕਿ ਉਹਨਾਂ ਜਨੇਊਆਂ ਦਾ ਭਾਰ ਸਵਾ ਮਣ ਹੋ ਗਿਆ। ਜਾਂ ਤੇ ਧਨ ਦਾ ਲਾਲਚ ਦੇ ਕੇ ਲਾਏ ਗਏ, ਜਾਂ ਜ਼ਮੀਨਾਂ ਦਾ ਲਾਲਚ ਦੇ ਕੇ, ਜਾਂ ਫਿਰ ਕਤਲ ਕਰ ਦਿੱਤਾ, ਮਾਰ ਕੇ ਹੀ ਲਾ ਦਿੱਤੇ, ਮਾਰ ਹੀ ਦਿੱਤਾ, ਕਤਲ ਹੀ ਕਰ ਦਿੱਤੇ। ਕਿਸੇ ਨੂੰ ਆਖਿਆ ਤੇਰੇ ਤੇ ਮੁਕੱਦਮਾ ਪਾ ਦਿਆਂਗੇ, ਆਪਣਾ ਜਨੇਊ ਲਾ ਦੇ। ਕਿਸੇ ਨੂੰ ਆਖਿਆ ਤੈਨੂੰ ਮੁਕੱਦਮਾ ਤੇਰੇ ਤੇ ਪਹਿਲਾਂ ਹੀ ਚੱਲਦਾ ਪਿਆ, ਤੈਨੂੰ ਬਰੀ ਕਰ ਦਿਆਂਗੇ। ਇਸ ਤਰ੍ਹਾਂ ਕਹਿ ਕੇ ਮਹਾਰਾਜ ਇੱਕ ਦਿਨ ਵਿੱਚ ਸਵਾ ਮਣ ਜਨੇਊ ਲੈਂਦਾ, ਧਾਗਾ ਸੂਤ ਦਾ ਗਲ ਵਿੱਚੋਂ। ਇੰਨੇ ਧਾਗੇ ਲੱਥੇ ਸਰੀਰਾਂ ਦੇ ਉੱਪਰੋਂ, ਇੰਨੇ ਲੋਕਾਂ ਨੂੰ ਇਹਨਾਂ ਨੇ ਮੁਸਲਮਾਨ ਕਰ ਲਿਆ ਵੀ ਉਹ ਜਿਹੜਾ ਜਨੇਊ ਦਾ ਧਾਗਾ ਸਵਾ ਮਣ ਦਾ ਰੋਜ਼ ਭਾਰ ਉਹਦਾ ਬਣ ਜਾਂਦਾ ਹੈ। ਉਨਪੁਰ ਮਹਿ ਹਮ ਪਰ ਬਲ ਘਾਲਾ। ਸਤਿਗੁਰੂ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਆਮ ਲੋਕਾਂ ਨੂੰ ਮੁਸਲਮਾਨ ਬਣਾਇਆ, ਤੇ ਫਿਰ ਉਹਨਾਂ ਦਾ ਧਿਆਨ ਆ ਗਿਆ ਵਿਦਵਾਨਾਂ ਦੇ ਵੱਲ। ਜਿਹੜੇ ਵਿਦਵਾਨ ਨੇ, ਧਰਮ ਦੇ ਰੱਖਿਅਕ ਨੇ, ਪ੍ਰਚਾਰ ਕਰਨ ਵਾਲੇ, ਹੁਣ ਇਹਨਾਂ ਨੂੰ ਮੁਸਲਮਾਨ ਕਰੀਏ। ਇਹ ਮੁਸਲਮਾਨ ਹੋ ਜਾਣਗੇ, ਇਹਨਾਂ ਦੇ ਵੱਲ ਵੇਖ ਕੇ ਆਮ ਲੋਕ ਆਪੇ ਹੋ ਜਾਣਗੇ। ਫਿਰ ਮਹਾਰਾਜ ਉਹਨਾਂ ਨੇ ਸਾਡੇ ਤੇ ਜ਼ੋਰ ਪਾਇਆ ਹੈ। ਬਨੋ ਤੁਰਕ ਸਭ ਤਜ ਨਿਜ ਚਾਲਾ। ਤੇ ਸਾਨੂੰ ਫਿਰ ਫਰਮਾਨ ਕੀਤਾ ਵੀ ਇਹ ਜਿੰਨੇ ਬ੍ਰਾਹਮਣ ਨੇ, ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਸਾਰੇ ਮੁਸਲਮਾਨ ਬਣ ਜਾਓ। ਇਹ ਸਾਡੇ ਤੇ ਫਿਰ ਉਹਨਾਂ ਨੇ ਹੁਕਮ ਦੇ ਦਿੱਤਾ, ਸਾਨੂੰ ਮੁਸਲਮਾਨ ਕੀਤਾ ਹੈ। ਖਸਟ ਮਾਸ ਕੋ ਕਰਤ ਕਰਾਰ। ਮਹਾਰਾਜ ਅਸੀਂ ਬਥੇਰੇ ਤਰਲੇ ਕੀਤੇ, ਮਿੰਨਤਾਂ ਕੀਤੀਆਂ ਵੀ ਨਹੀਂ, ਸਾਨੂੰ ਆਪਣਾ ਧਰਮ ਚੰਗਾ ਹੈ, ਸਾਨੂੰ ਆਪਣਾ ਧਰਮ ਚੰਗਾ ਹੈ, ਅਸੀਂ ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ। ਪਰ ਸਾਡੇ ਤਰਲੇ ਉਹਨਾਂ ਨੇ ਇੱਕ ਨਹੀਂ ਮੰਨੇ। ਕਹਿਣ ਲੱਗੇ ਨਹੀਂ, ਮੁਸਲਮਾਨ ਬਣਨਾ ਹੀ ਪਵੇਗਾ। ਫਿਰ ਮਹਾਰਾਜ ਅਸੀਂ 6 ਮਹੀਨਿਆਂ ਦੀ ਮੋਹਲਤ ਲੈ ਲਈ ਉਹਨਾਂ ਕੋਲੋਂ। ਆਖਿਆ ਵੀ 6 ਮਹੀਨੇ ਦਾ ਸਮਾਂ ਸਾਨੂੰ ਦੇ ਦਿਓ, ਅਸੀਂ ਆਪਣੇ ਧਰਮ ਦਾ ਆਰਾਧਨ ਕਰ ਲਈਏ, ਆਪਣੇ ਦੇਵਤਿਆਂ ਨੂੰ ਯਾਦ ਕਰ ਲਈਏ। ਜੇ ਸਾਡਾ ਧਰਮ ਬਚ ਗਿਆ ਤੇ ਠੀਕ ਹੈ, ਨਹੀਂ ਤੇ ਅਸੀਂ ਭੱਜ ਕੇ ਜਾਣਾ ਵੀ ਕਿੱਥੇ ਹੈ। ਫਿਰ ਸਾਡਾ ਤੁਸੀਂ ਧਰਮ ਜੋ ਚਾਹੋਗੇ ਅਸੀਂ ਫਿਰ ਕਰਾਂਗੇ, ਤੁਹਾਡੇ ਗੁਲਾਮ ਹੋਏ। ਇਸ ਤਰ੍ਹਾਂ 6 ਮਹੀਨੇ ਦਾ ਸਮਾਂ ਅਸੀਂ ਮੰਗਿਆ ਹੈ। ਜਾਏ ਸ਼ਰਨ ਲੀਨ ਤ੍ਰਿਪੁਰਾਰ। ਤੇ ਸਤਿਗੁਰੂ ਪਾਤਸ਼ਾਹ ਫਿਰ 6 ਮਹੀਨੇ ਦਾ ਸਮਾਂ ਮੰਗ ਕੇ ਫਿਰ ਅਸੀਂ ਅਮਰਨਾਥ ਗੁਫਾ ਤੇ ਗਏ। ਕਸ਼ਮੀਰ ਦੇ ਵਿੱਚ ਇਹ ਗੁਫਾ ਹੈ, ਅਮਰਨਾਥ ਗੁਫਾ ਉਸ ਨੂੰ ਕਿਹਾ ਜਾਂਦਾ। ਜਿਹੜਾ ਸ਼ਿਵਜੀ ਨਾਮ ਦਾ ਇੱਕ ਦੇਵਤਾ ਹੈ, ਜਿਸ ਨੂੰ ਮਹਾਂਦੇਵ ਕਿਹਾ ਜਾਂਦਾ ਹੈ, ਇਸ ਜਗ੍ਹਾ ਦੇ ਉੱਪਰ ਉਸ ਦੇ ਸ਼ਿਵਲਿੰਗ ਦੀ ਨਿਸ਼ਾਨੀ ਪਈ ਹੈ। ਸ਼ਿਵਲਿੰਗ ਇੱਥੇ ਕਹਿੰਦੇ ਆਕਾਸ਼ ਦੇ ਵਿੱਚੋਂ ਡਿੱਗਿਆ ਸੀ। 12 ਸ਼ਿਵਲਿੰਗ ਦੇ ਟੋਟੇ ਹੋਏ ਸਨ, ਤੇ ਇੱਕ ਟੋਟਾ ਜਾਂ ਇੱਕ ਹਿੱਸਾ ਉਹ ਸ਼ਿਵਲਿੰਗ ਦਾ ਜਿਹੜਾ ਨਾ ਉੱਥੇ ਜਾ ਕੇ ਪਹੁੰਚਿਆ ਉਸ ਧਰਤੀ ਤੇ, ਉਸ ਨੂੰ ਅਮਰਨਾਥ ਗੁਫਾ ਆਖਿਆ ਜਾਂਦਾ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਅਸੀਂ ਉਸ ਜਗ੍ਹਾ ਤੇ ਜਾ ਕੇ ਸ਼ਿਵਜੀ ਦੀ ਆਰਾਧਨਾ ਕੀਤੀ ਹੈ। ਅਸ਼ਟ ਦਿਵਸ ਬੈਠੇ ਤੈ ਰਹੇ। ਦੱਸਦੇ ਪਏ ਨੇ ਇਹ ਕਿਰਪਾ ਰਾਮ ਬ੍ਰਾਹਮਣ ਤੇ ਹੋਰ ਇਹਦੇ ਨਾਲ ਦੇ। ਮਹਾਰਾਜ ਫਿਰ ਸ਼ਿਵਜੀ ਨੂੰ ਯਾਦ ਕਰਦਿਆਂ ਸਾਨੂੰ 8 ਦਿਨ ਲੰਘ ਗਏ। 8 ਦਿਨ ਨਾ ਅਸੀਂ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ, ਨਾ ਹੀ ਸੁੱਤੇ। ਸਾਰੇ ਜਾਣੇ ਸ਼ਿਵਜੀ ਨੂੰ ਯਾਦ ਕਰਦੇ ਰਹੇ, ਮੰਤਰ ਪੜ੍ਹਦੇ ਰਹੇ ਵੀ ਕਿਵੇਂ ਨਾ ਕਿਵੇਂ ਸਾਡੇ ਧਰਮ ਦੀ ਰੱਖਿਆ ਕਰੋ। ਖਾਨ ਪਾਨ ਕਿਨਹੂ ਨ ਲਹੇ। ਮਹਾਰਾਜ ਨਾ ਅਸੀਂ ਉੱਥੇ ਪ੍ਰਸ਼ਾਦਾ ਛਕਿਆ, ਨਾ ਅਸੀਂ ਉੱਥੇ ਪਾਣੀ ਪੀਤਾ।
ਕੇਵਲ ਬੇਨਤੀਆਂ ਕੀਤੀਆਂ ਸਾਡੇ ਧਰਮ ਦੀ ਰੱਖਿਆ ਹੋਵੇ। ਰਾਤ ਪਤਰਕਾ ਤਹਤੇ ਪਾਈ। ਫਿਰ ਇਹਨਾਂ ਨੇ ਦੱਸਿਆ, ਕਹਿਣ ਲੱਗੇ ਜੀ ਜਦੋਂ ਅਸੀਂ ਰਾਤ ਬੈਠੇ ਸੀ ਨਾ, 8ਵੀਂ ਰਾਤ, 7 ਰਾਤਾਂ ਤੇ ਹੋ ਗਈਆਂ ਸਾਨੂੰ ਸ਼ਿਵ ਜੀ ਦਾ ਆਰਾਧਨ ਕਰਦੇ ਆ। 8ਵੀਂ ਰਾਤ ਨੂੰ ਸਾਡੇ ਵਿੱਚ ਕੋਈ ਬੰਦਾ ਚਿੱਠੀ ਸੁੱਟ ਗਿਆ ਆ ਕੇ। ਅਸੀਂ ਵੇਖਿਆ ਨਹੀਂ ਵੀ ਚਿੱਠੀ ਕਿਹਨੇ ਰੱਖੀ ਹੈ, ਕਿਧਰੋਂ ਆਈ ਹੈ। ਕਹਿੰਦੇ ਰਾਤ ਨੂੰ ਚਿੱਠੀ ਪ੍ਰਾਪਤ ਹੋਈ ਹੈ। ਮਹਾਦੇਵ ਤੁਮ ਨਿਕਟ ਪਠਾਈ। ਤੇ ਜਦੋਂ ਦਿਨ ਚੜ੍ਹਿਆ, ਅਗਲਾ ਦਿਨ ਦੀ ਰੌਸ਼ਨੀ, ਸੂਰਜ ਦਾ ਜਦੋਂ ਪ੍ਰਕਾਸ਼ ਪਿਆ, ਫਿਰ ਸਾਨੂੰ ਚਿੱਠੀ ਨਿਗਾਹ ਆਈ। ਵੇਖੀ ਵੀ ਆਹ ਚਿੱਠੀ ਪਤਾ ਨਹੀਂ ਰਾਤ ਨੂੰ ਕਿਧਰੋਂ ਆਈ ਹੈ। ਜਦੋਂ ਚਿੱਠੀ ਨੂੰ ਖੋਲ੍ਹ ਕੇ ਪੜ੍ਹਿਆ, ਉਹਦੇ ਵਿੱਚ ਲਿਖਿਆ ਸੀ ਵੀ ਇਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਅਵਤਾਰ ਨੇ, ਜਿਹੜੇ ਪਰਮੇਸ਼ਰ ਦਾ ਰੂਪ ਹੋ ਕੇ ਆਏ ਨੇ। ਉਹਨਾਂ ਦੀ ਜਗ੍ਹਾ 'ਤੇ ਜਿਹੜੇ ਵੀ ਗੁਰੂ ਸਾਹਿਬਾਨ ਬਿਰਾਜਮਾਨ ਨੇ, ਉਹਨਾਂ ਦੇ ਕੋਲ ਜਾਓ, ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਪਾਤਸ਼ਾਹ ਜੀ ਉਹ ਚਿੱਠੀ ਪੜ੍ਹ ਕੇ ਤੇ ਸਾਨੂੰ ਭੇਦ ਆਇਆ, ਸਮਝ ਆਈ ਤੇ ਅਸੀਂ ਤੁਹਾਡੇ ਕੋਲ ਆਏ ਹਾਂ। ਇਮ ਕਹਿ ਸਤਿਗੁਰ ਆਗੇ ਧਰੀ। ਇਸ ਤਰ੍ਹਾਂ ਕਹਿ ਕੇ ਉਹ ਜਿਹੜੀ ਚਿੱਠੀ ਲੈ ਕੇ ਆਏ ਸੀ ਨਾ, ਮਿਲੀ ਇਹਨਾਂ ਨੂੰ ਗੁਫਾ ਦੇ ਵਿੱਚੋਂ। ਉਹ ਚਿੱਠੀ ਇਹਨਾਂ ਨੇ ਮਹਾਰਾਜ ਸਾਹਿਬ ਦੇ ਅੱਗੇ ਰੱਖ ਦਿੱਤੀ ਹੈ। ਪਠੋ ਆਪ ਕੀ ਮਹਿਮਾ ਕਰੀ। ਮਹਾਰਾਜ ਆਪ ਵੀ ਪੜ੍ਹ ਲਓ ਚਿੱਠੀ, ਤੁਹਾਡੀ ਇਹਦੇ ਵਿੱਚ ਬਹੁਤੀ ਮਹਿਮਾ ਕਹੀ ਹੋਈ ਹੈ। ਕਾਜ ਸਮ ਤੁਰਕ ਤੇਜ ਚਵਗਤਾ। ਸਤਿਗੁਰੂ ਪਾਤਸ਼ਾਹ ਜੀਓ, ਜਿਹੜਾ ਤੁਰਕ ਨੇ ਨਾ ਮੁਗਲ, ਇਹਨਾਂ ਦਾ ਪ੍ਰਤਾਪ ਜਿਹੜਾ ਹਾਥੀ ਵਾਂਗ ਹੈ। ਹਾਥੀ ਵਿੱਚ ਬਹੁਤਾ ਜ਼ੋਰ ਹੈ ਤਾਂ ਆਪਣੀ ਮਸਤ ਚਾਲ ਚੱਲਦਾ। ਜੰਗਲ ਦੇ ਵਿੱਚ ਜਿੱਧਰ ਨੂੰ ਜਾਂਦਾ, ਰੁੱਖ ਬੂਟੇ ਪੱਟਦਾ ਜਾਂਦਾ, ਬਹੁਤ ਜ਼ਿਆਦਾ ਖਲਾਰਾ ਤੇ ਅਵਿਨਾਸ਼ ਕਰ ਦਿੰਦਾ। ਬਹੁਤ ਜ਼ਿਆਦਾ ਉਹ ਜਿਹੜਾ ਹਾਥੀ ਹੈ ਨੁਕਸਾਨ ਕਰਦਾ, ਜਿੱਧਰੋਂ ਵੀ ਲੰਘ ਜਾਵੇ। ਮਹਾਰਾਜ ਮੁਗਲਾਂ ਦਾ ਰਾਜ ਇਸ ਵੇਲੇ ਹਾਥੀ ਦੇ ਵਾਂਗ ਹੈ। ਜ਼ੋਰ ਇਹਨਾਂ ਕੋਲ ਆ ਗਿਆ ਜ਼ਿਆਦਾ, ਤੇ ਜ਼ੋਰ ਵੀ ਤੇ ਮਹਾਰਾਜ ਤੁਸੀਂ ਬਖਸ਼ਿਸ਼ ਕੀਤਾ ਹੈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਕੋਲ ਬਾਬਰ ਬਾਦਸ਼ਾਹ ਜਿਸ ਵੇਲੇ ਲੈ ਕੇ ਆਇਆ ਸੀ ਭੰਗ ਦਾ ਪਿਆਲਾ, ਤੇ ਸਤਿਗੁਰਾਂ ਦੇ ਅੱਗੇ ਫਿਰ ਬੇਨਤੀ ਕੀਤੀ ਸੀ, ਮਹਾਰਾਜ ਮੇਰੀਆਂ ਪੁਸ਼ਤਾਂ ਵਿੱਚ ਰਾਜ ਰਵੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲੋਂ ਰਾਜ ਹੋਣ ਦਾ ਵਰ ਇਹਨਾਂ ਨੇ ਪ੍ਰਾਪਤ ਕੀਤਾ। ਮਹਾਰਾਜ ਉਹ ਤੁਹਾਡਾ ਵਰ, ਤੁਹਾਡੇ ਵਡੇਰਿਆਂ ਦਾ, ਵੱਡਿਆਂ ਦਾ, ਗੁਰੂ ਨਾਨਕ ਸਾਹਿਬ ਜੀਆਂ ਦਾ ਇਹੋ ਜਿਹਾ ਇਹਨਾਂ ਨੂੰ ਵਧਿਆ ਕਿ ਇਹ ਆਪਣੇ ਬਲ ਦੇ ਵਿੱਚ, ਬਲ ਦੇ ਹੰਕਾਰ ਦੇ ਨਾਲ ਸਭ ਕੁਝ ਭੁੱਲ ਹੀ ਗਏ। ਇਸ ਵੇਲੇ ਮਹਾਰਾਜ ਇਹ ਮਸਤ ਹਾਥੀ ਦੇ ਵਾਂਗ ਹੰਕਾਰੇ ਗਏ ਨੇ, ਦੁਨੀਆ ਨੂੰ ਬੜਾ ਦੁੱਖ ਦਿੰਦੇ ਹਨ। ਹਿੰਦੂ ਧਰਮ ਤਰਕੋ ਪਿਖ ਮਤਾ। ਮਹਾਰਾਜ ਹਿੰਦੂ ਧਰਮ ਤੇ ਰੁੱਖ ਦੀ ਨਿਆਈ ਹੈ। ਹੁਣ ਹਾਥੀ ਹੋਵੇ ਬਹੁਤਾ ਜ਼ੋਰ ਵਾਲਾ ਤੇ ਫਿਰ ਟੱਕਰ ਦੇ ਕਿਤੇ ਨਾ ਕਿਤੇ ਮਾਰੇਗਾ ਨਾ। ਇਹਨਾਂ ਦੇ ਰਾਜ ਦਾ ਬਲ ਇੰਨਾ ਵਧਿਆ, ਹਿੰਦੂ ਧਰਮ ਰੂਪੀ ਰੁੱਖ ਨੂੰ ਇਹਨਾਂ ਨੇ ਟੱਕਰ ਮਾਰਨੀ ਸ਼ੁਰੂ ਕੀਤੀ ਹੈ। ਤੋਰਤ ਮੂਲ ਉਖਾਰਿਓ ਜੋਵਤ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਬਲ ਵਾਲਾ ਹਾਥੀ ਰੁੱਖ ਨੂੰ ਮੁੱਢੋਂ ਪੱਟਣਾ ਚਾਹੇ ਤੇ ਹਿਲਾ ਦਿੰਦਾ ਹੈ, ਇਸੇ ਤਰ੍ਹਾਂ ਮੁਗਲ ਜਿਹੜੇ ਨੇ ਹਾਥੀ ਦੇ ਵਾਂਗ ਸਾਡੇ ਧਰਮ ਨੂੰ ਪੱਟਣਾ ਚਾਹੁੰਦੇ ਹਨ। ਬਲੀ ਕਹਿਰੀ ਤੁਮਰੇ ਜੋਵਤ। ਪਰ ਸ਼ੇਰ ਨੂੰ ਵੀ, ਹਾਥੀ ਨੂੰ ਵੀ ਡਰ ਹੁੰਦਾ, ਭਾਵੇਂ ਕਿੱਡਾ ਵੀ ਬਲ ਵਾਲਾ ਹਾਥੀ ਹੋਵੇ। ਜਦੋਂ ਸ਼ੇਰ ਗਰਜਦਾ ਨਾ ਜੰਗਲ ਦੇ ਵਿੱਚ, ਤੇ ਹਾਥੀ ਨੂੰ ਵੀ ਰਾਹ ਛੱਡਣਾ ਪੈਂਦਾ, ਪਿੱਛੇ ਹਟਣਾ ਪੈਂਦਾ। ਸਤਿਗੁਰੂ ਪਾਤਸ਼ਾਹ ਮੁਗਲਾਂ ਦਾ ਰਾਜ ਤੇ ਹਾਥੀ ਦੇ ਵਾਂਗ ਹੈ, ਤੇ ਸਾਡਾ ਧਰਮ ਹੈ ਰੁੱਖ ਦੇ ਵਾਂਗ ਹਿਲਾਉਂਦਾ ਪਿਆ ਮੁਗਲਾਂ ਦਾ ਰਾਜ ਸਾਡੇ ਧਰਮ ਨੂੰ। ਪਰ ਪਾਤਸ਼ਾਹ ਜੀ ਤੁਸੀਂ ਉਹ ਕਿਹੜੀ ਸ਼ੇਰ ਦੇ ਵਾਂਗ, ਬੱਬਰ ਸ਼ੇਰ ਦੇ ਵਾਂਗ ਹੋ। ਜੇ ਤੁਸੀਂ ਸਾਡੀ ਬਾਂਹ ਫੜੋਗੇ ਨਾ, ਤੁਸੀਂ ਗਰਜੋਗੇ ਮਹਾਰਾਜ, ਤੇ ਫਿਰ ਮੁਗਲ ਪਿੱਛੇ ਹਟ ਜਾਣਗੇ, ਫਿਰ ਸਾਡੇ ਧਰਮ ਨੂੰ ਨੁਕਸਾਨ ਨਹੀਂ ਕਰ ਪਾਉਣਗੇ। ਇਸ ਕਰਕੇ ਕਿਰਪਾ ਕਰੋ। ਪਰੇ ਸ਼ਰਨ ਅਬ ਆਨ ਤੁਮਾਰੀ। ਸਤਿਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਸ਼ਿਵ ਕੇ ਕਹੇ ਕਰੋ ਰਖਵਾਰੀ। ਤੇ ਸਾਡੇ ਦੇਵਤੇ ਨੇ, ਸਾਨੂੰ ਸ਼ਿਵ ਜੀ ਨੇ ਵੀ ਇਸ਼ਾਰਾ ਕੀਤਾ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਜਾਓ ਤੇ ਤੁਹਾਡੀ ਰੱਖਿਆ ਕਰਨਗੇ ਮਹਾਰਾਜ। ਇਸ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਰਾਵਰ ਬਿਨਾ ਆਨ ਨ ਕੋਈ। ਸਤਿਗੁਰੂ ਜੀ ਤੁਹਾਡੇ ਬਿਨਾ ਸਾਡੀ ਨਾ ਕੋਈ ਰਾਖੀ ਕਰ ਸਕਦਾ, ਨਾ ਸਾਡੀ ਕੋਈ ਸਹਾਇਤਾ ਕਰ ਸਕਦਾ ਹੈ। ਸਮਰਥ ਬਲੀ ਜੋ ਰੱਖਿਅਕ ਹੋਈ। ਸਤਿਗੁਰੂ ਪਾਤਸ਼ਾਹ ਇਸ ਵੇਲੇ ਕੋਈ ਇੰਨਾ ਬਲ ਵਾਲਾ ਨਹੀਂ ਜਿਹੜਾ ਔਰੰਗਜ਼ੇਬ ਦੇ ਸਾਹਮਣੇ ਖੜੇ। ਇਸ ਵੇਲੇ ਕੋਈ ਵੀ ਇੰਨੀ ਤਾਕਤ ਵਾਲਾ ਨਹੀਂ ਜਿਹੜਾ ਔਰੰਗਜ਼ੇਬ ਤੋਂ ਸਾਡੀ ਰੱਖਿਆ ਕਰ ਸਕੇ। ਤੁਹਾਡੇ ਬਿਨਾ ਸਾਡੀ ਰੱਖਿਆ ਕਿਸੇ ਨੇ ਨਹੀਂ ਕਰਨੀ ਹੈ। ਇੱਕ ਆਸਰਾ ਆਪ ਗੁਸਾਈ। ਸਤਿਗੁਰੂ ਜੀ ਸਾਨੂੰ ਤੇ ਕੇਵਲ ਇੱਕ ਤੁਹਾਡਾ ਹੀ ਆਸਰਾ ਹੈ। ਹੁਣ ਭਾਵੇਂ ਤੁਸੀਂ ਮਾਰ ਦਿਓ ਤੇ ਭਾਵੇਂ ਰੱਖ ਲਓ, ਅਸੀਂ ਤੇ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਏ ਹਾਂ। ਕਹੋ ਬਾਹ ਡੂਬਤ ਸਭ ਜਾਈ। ਸਤਿਗੁਰੂ ਜੀ ਅਸੀਂ ਡੁੱਬਦੇ ਜਾ ਰਹੇ। ਇਹ ਕਿਰਪਾ ਰਾਮ ਬ੍ਰਾਹਮਣ ਜਿਹੜਾ ਹੈ ਨਾ, ਇਹ ਆਇਆ ਆਪਣੇ ਨਾਲ ਕਸ਼ਮੀਰ ਤੋਂ, ਹੋਰ ਬ੍ਰਾਹਮਣਾਂ ਵਿਦਵਾਨਾਂ ਪੰਡਤਾਂ ਨੂੰ ਲੈ ਕੇ। ਸਾਰੇ ਜਾਣੇ ਹੱਥ ਜੋੜ ਕੇ ਖਲੋਤੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਦਰਬਾਰ ਦੇ ਵਿੱਚ। ਮਹਾਰਾਜ ਸਾਡੀ ਬਾਹ ਫੜਨਾ ਕਰੋ। ਨਿਜ ਕਰਨਾ ਤਰਨੀ ਬਰ ਧਰੋ। ਸਤਿਗੁਰੂ ਪਾਤਸ਼ਾਹ ਜੀ ਆਪਣੀ ਕਿਰਪਾ ਰੂਪੀ
ਬੇੜੀ ਦੇ ਉੱਪਰ ਸਾਨੂੰ ਸਵਾਰ ਕਰਾਉਣਾ ਕਰੋ। ਕਰਨ ਧਾਰ ਬਨ ਪਾਰਹਿ ਕਰੋ। ਤੇ ਜਿਵੇਂ ਬੇੜੀ ਨੂੰ ਮਲਾਹ ਪਾਸੇ ਲਾ ਦਿੰਦਾ ਨਾ ਚੱਪੂ ਲਾ ਕੇ, ਪਾਤਸ਼ਾਹ ਜੀ ਸਾਡੀ ਇਹ ਜਿਹੜੀ ਡੁੱਬਦਿਆਂ ਦੀ ਤੁਸੀਂ ਬੇੜੀ ਬਣ ਜਾਓ, ਸਾਡੇ ਧਰਮ ਨੂੰ ਕਿਰਪਾ ਕਰਕੇ ਮਲਾਹ ਬਣ ਕੇ ਆਪ ਜੀ ਪਾਰ ਲਾਉਣਾ ਕਰੋ। ਜਗ ਤੇ ਬਿਨਸਨ ਲੱਗੈ ਧਰਮ। ਜਦੋਂ ਜਦੋਂ ਸੰਸਾਰ ਤੋਂ ਧਰਮ ਨਾਸ਼ ਹੋਣ ਲੱਗਦਾ ਹੈ, ਪ੍ਰਭ ਅਵਤਾਰ ਸੋ ਧਾਰ ਤੁਰੰਤ ਤਬ। ਉਦੋਂ ਪਰਮਾਤਮਾ ਨੂੰ ਅਵਤਾਰ ਧਾਰਨਾ ਪੈਂਦਾ। ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਿਸੇ ਸਿੱਖ ਨੇ ਸਵਾਲ ਕਰ ਦਿੱਤਾ ਸੀ। ਮਹਾਰਾਜ ਨੂੰ ਪੁੱਛਿਆ, ਕਹਿਣ ਲੱਗੇ ਪਾਤਸ਼ਾਹ ਤੁਸੀਂ ਦੁਨੀਆ ਤੇ ਕਿਉਂ ਆਏ ਹੋ? ਤੁਸੀਂ ਆਪ ਹੀ ਲਿਖਦੇ ਹੋ ਵੀ ਅਸੀਂ ਪਿਛਲੇ ਜਨਮ ਦੇ ਵਿੱਚ ਬੜਾ ਤਪ ਕੀਤਾ, ਬੜੀ ਬੰਦਗੀ ਕੀਤੀ ਹੈ। ਇੰਨਾ ਤਪ ਕਰਕੇ, ਇੰਨੀ ਬੰਦਗੀ ਕਰਕੇ ਫਿਰ ਵੀ ਤੁਹਾਨੂੰ ਦੁਨੀਆ ਤੇ ਆਉਣਾ ਪਿਆ, ਕਾਰਨ ਕੀ ਹੈ? ਦੁਨੀਆ ਤੇ ਕਿਉਂ ਆਏ ਹੋ? ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਭਾਈ ਸਿੱਖਾ, ਜਬ ਜਬ ਹੋ ਤੇ ਰਿਸ਼ਤੇ ਅਪਾਰਾ, ਤਬ ਤਬ ਦੇ ਧਰਤੇ ਅਵਤਾਰਾ। ਜਦੋਂ ਜਦੋਂ ਦੁਨੀਆ ਤੇ ਪਾਪ ਵੱਧਦਾ, ਜਦੋਂ ਜਦੋਂ ਦੁਨੀਆ ਤੇ ਪਾਪੀ ਵੱਧਦੇ ਨੇ, ਜਦੋਂ ਜਦੋਂ ਦੁਨੀਆ ਤੇ ਲੋਕ ਧਰਮ ਨੂੰ ਨਾਸ਼ ਕਰਨ ਦਾ, ਖਤਮ ਕਰਨ ਦਾ ਯਤਨ ਕਰਦੇ, ਉਦੋਂ ਉਦੋਂ ਪ੍ਰਮਾਤਮਾ ਨੂੰ ਅਵਤਾਰ ਧਾਰ ਕੇ ਦੁਨੀਆ ਤੇ ਆਉਣਾ ਪੈਂਦਾ, ਧਰਮ ਦੀ ਰਾਖੀ ਕਰਨ ਵਾਸਤੇ, ਧਰਮ ਨੂੰ ਬਚਾਉਣ ਵਾਸਤੇ। ਇਹ ਪੰਡਤ ਕਹਿ ਰਹੇ ਨੇ, ਕਹਿਣ ਲੱਗੇ ਮਹਾਰਾਜ ਜਦੋਂ ਜਦੋਂ ਵੀ ਇਸ ਦੁਨੀਆ ਦੇ ਉੱਪਰ ਯੁੱਗਾਂ ਦੇ ਵਿੱਚ ਕਿਸੇ ਨੇ ਵੀ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਉਦੋਂ ਪਰਮਾਤਮਾ ਅਵਤਾਰ ਲੈ ਕੇ ਆਉਂਦਾ। ਭਾਵੇਂ ਕਿ ਹਰਨਾਕਸ਼ ਵਰਗਿਆਂ ਨੇ ਆਖਿਆ ਵੀ ਸਾਡਾ ਨਾਮ ਜਪੋ, ਅਸੀਂ ਦੁਨੀਆ ਦੇ ਰੱਬ ਹਾਂ। ਧਰਮ ਮਿਟਾਉਣਾ ਚਾਹੁੰਦਾ ਨਾ, ਰੱਬ ਦਾ ਨਾਮ ਮਿਟਾਉਣਾ ਚਾਹੁੰਦਾ। ਉਸ ਵੇਲੇ ਨਰਸਿੰਘ ਜੀ ਆਏ ਦੁਨੀਆ ਦੇ ਵਿੱਚ, ਤੇ ਉਹਨਾਂ ਨੇ ਆ ਕੇ ਧਰਮ ਨੂੰ ਕਾਇਮ ਕੀਤਾ। ਪਾਤਸ਼ਾਹ ਇਸੇ ਤਰ੍ਹਾਂ ਸਾਡੀ ਰੱਖਿਆ ਕਰੋ, ਬਨਹਿ ਸਹਾਇਕ ਲੇਹ ਉਬਾਰ। ਤੇ ਸਾਡੀ ਸਹਾਇਤਾ ਕਰਕੇ ਸਾਨੂੰ ਬਚਾ ਲੈਣਾ ਕਰੋ। ਸੁਨੀਅਤ ਕਥਾ ਪੁਰਾਨ ਮੁਝਾਰ। ਜਿਹੜੀ ਪੁਰਾਣਾਂ ਦੀ ਕਥਾ ਨਾ, 18 ਪੁਰਾਣ ਨੇ, ਹਿੰਦੂ ਮਤ ਦੇ 18 ਗ੍ਰੰਥ, ਉਹਨਾਂ ਨੂੰ ਪੁਰਾਣ ਆਖਿਆ ਜਾਂਦਾ, ਜਿਹਦੇ ਵਿੱਚ ਪੁਰਾਤਨ ਕਥਾ ਲਿਖੀ ਹੋਈ ਹੈ। ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਅਬ ਅਵਤਾਰ ਆਪ ਕੋ ਹੋਵਾ। ਤੇ ਉਹਨਾਂ ਪੁਰਾਣਾਂ ਦੀ ਕਥਾ ਵਿੱਚ ਲਿਖਿਆ ਵੀ ਸਮੇਂ ਸਮੇਂ ਤੇ ਪਰਮੇਸ਼ਰ ਆਉਂਦਾ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਦਾ ਭਲਾ ਕਰਨ ਵਾਸਤੇ। ਇੱਕ ਪੁਰਾਣਾਂ ਦੇ ਵਿੱਚ ਇੱਕ ਪੁਰਾਣ ਦਾ ਨਾਮ ਹੈ ਭਵਿੱਖਿਅਤ ਪੁਰਾਣ ਗ੍ਰੰਥ। 18 ਪੁਰਾਣ ਨੇ ਨਾ, 18 ਪੁਰਾਣਾਂ ਵਿੱਚੋਂ ਇੱਕ ਭਵਿੱਖਿਅਤ ਪੁਰਾਣ ਨਾਮ ਦਾ ਗ੍ਰੰਥ ਵੀ ਹੈ। ਇੱਕ ਪੁਰਾਣ 18 ਵਿੱਚੋਂ ਉਹ ਹੈ। ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਕਲਯੁਗ ਦੇ ਵਿੱਚ ਪਰਮੇਸ਼ਰ ਅਵਤਾਰ ਲੈ ਕੇ ਆਉਣਗੇ, ਉਹਨਾਂ ਦਾ ਨਾਮ ਗੁਰੂ ਨਾਨਕ ਹੋਵੇਗਾ। ਤੇ ਇਹ ਜਿਹੜੇ ਵੱਡੇ ਵੱਡੇ ਵਿਦਵਾਨ ਪੰਡਤ ਸਨ, ਜਿਵੇਂ ਕਾਂਸ਼ੀ ਦੇ ਵਿੱਚ ਇੱਕ ਪੰਡਾ ਰਹਿੰਦਾ ਸੀ ਗੋਪਾਲ ਦੱਤ, ਉਹਨੇ ਇਹ ਗ੍ਰੰਥ ਪੜ੍ਹਿਆ। ਜਦੋਂ ਉਹਨੇ ਵੇਖਿਆ ਨਾ ਵੀ ਕਲਯੁਗ ਦੇ ਵਿੱਚ ਨਾਨਕ ਨਾਮ ਦਾ ਇੱਕ ਅਵਤਾਰ ਆਉਣਾ, ਤੇ ਉਹਨੇ ਸੋਚਿਆ ਵੀ ਦੁਨੀਆ ਤੇ ਹੁਣ ਠੱਗਣ ਖੁਣੋਂ ਪਈ ਹੈ, ਮੈਂ ਠੱਗ ਲਵਾਂ। ਉਹਨੇ ਆਪਣਾ ਨਾਮ ਹੀ ਨਾਨਕ ਰਖਵਾ ਲਿਆ ਤੇ ਦੁਨੀਆ ਦੇ ਸਾਹਮਣੇ ਗ੍ਰੰਥ ਰੱਖ ਦਿੱਤਾ। ਕਹਿਣ ਲੱਗੇ ਵੀ ਆਹ ਵੇਖੋ ਗ੍ਰੰਥ ਵਿੱਚ ਲਿਖਿਆ ਨਾ ਵੀ ਨਾਨਕ ਅਵਤਾਰ ਆਏਗਾ। ਤੇ ਲੋਕੀ ਆਖਦੇ ਵੀ ਹਾਂ ਲਿਖਿਆ ਤੇ ਹੈ। ਕਹਿਣ ਲੱਗਾ ਬਸ ਫਿਰ ਉਹੀ ਨਾਨਕ ਮੈਂ ਹੀ ਹਾਂ, ਮੇਰੇ ਬਾਰੇ ਲਿਖਿਆ, ਮੈਂ ਅਵਤਾਰ ਆਇਆ। ਇਸ ਤਰ੍ਹਾਂ ਉਹ ਦੁਨੀਆ ਤੋਂ ਆਪਣੀ ਪੂਜਾ ਕਰਾਉਣ ਲੱਗ ਪਿਆ ਵੀ ਮੈਂ ਹਾਂ ਕਲਯੁਗ ਦਾ ਅਵਤਾਰ। ਉਹਦੇ ਵਿੱਚ ਗੁਰੂ ਸਾਹਿਬਾਨ ਦੇ ਅਵਤਾਰ ਬਾਰੇ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਬਾਰੇ ਵੀ ਲਿਖਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਹੋਣਗੇ ਜਿਹੜੇ ਬੁਲਾਇਆ ਬੋਲਣਗੇ। ਜਦੋਂ ਕੋਈ ਬੁਲਾਵੇਗਾ ਨਾ ਉਦੋਂ ਬੋਲਣਗੇ, ਮੋਨੀ ਅਵਤਾਰ ਹੋਣਗੇ। ਐਸਾ ਜ਼ਿਕਰ ਉਸ ਪੁਰਾਣ ਵਿੱਚ ਲਿਖਿਆ ਹੋਇਆ। ਇਹ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਾਂਸ਼ੀ ਗਏ ਨਾ, ਤੇ ਸਤਿਗੁਰਾਂ ਨੇ ਚਰਨ ਪਾਏ ਬਾਗ ਦੇ ਵਿੱਚ, ਤੇ ਬਾਗ ਦੇ ਰੁੱਖ ਸੁੱਕੇ ਸਨ। ਸੁੱਕਾ ਬਾਗ ਮਹਾਰਾਜ ਦੇ ਚਰਨ ਪੈਣ ਕਰਕੇ ਹਰਿਆ ਹੋ ਗਿਆ। ਤੇ ਲੋਕ ਆ ਗਏ ਮੱਥਾ ਟੇਕਣ, ਪੁੱਛਦੇ ਵੀ ਇਹ ਕੌਣ ਨੇ? ਤੇ ਭਾਈ ਬਾਲਾ ਜੀ ਨੇ ਦੱਸਿਆ, ਕਹਿਣ ਲੱਗੇ ਜੀ ਇਹਨਾਂ ਦਾ ਨਾਮ ਨਾਨਕ ਗੁਰੂ ਹੈ, ਇਹ ਗੁਰੂ ਨਾਨਕ ਦੇਵ ਨੇ। ਲੋਕ ਹੈਰਾਨ ਹੋ ਗਿਆ ਵੀ ਇੱਕ ਨਾਨਕ ਤੇ ਸਾਡੇ ਕੋਲ ਵੀ ਰਹਿੰਦਾ। ਉਹ ਕਹਿੰਦਾ ਮੈਂ ਵੀ ਅਵਤਾਰ ਆ, ਮੇਰਾ ਨਾਮ ਵੀ ਨਾਨਕ ਹੈ, ਇਹ ਵੀ ਅਵਤਾਰ ਨੇ, ਇਹਨਾਂ ਦਾ ਨਾਮ ਵੀ ਨਾਨਕ ਹੈ। ਤੇ ਜਦੋਂ ਪਖੰਡੀ ਨੂੰ ਪਤਾ ਲੱਗਾ ਵੀ ਮੈਂ ਤੇ ਨਕਲੀ ਆ ਤੇ ਅਸਲੀ ਤੇ ਬਾਹਰ ਆਇਆ, ਹੁਣ ਹੋਰ ਤੇ ਕੁਝ ਕਰ ਨਹੀਂ ਸੀ ਸਕਦਾ। ਉਹ ਕਹਿੰਦਾ ਮਹਾਰਾਜ ਨੂੰ ਮੇਰੇ ਨਾਲ ਚਰਚਾ ਕਰੋ। ਉਹਦੇ ਮਨ ਵਿੱਚ ਇਹ ਗੱਲ ਸੀ ਵੀ ਮੈਂ ਪੜ੍ਹਿਆ ਹੋਇਆ, ਕਾਂਸ਼ੀ ਵਿੱਚ ਮੈਂ ਜੰਮਿਆ ਆ, ਇੱਥੋਂ ਮੈਂ ਗ੍ਰੰਥ ਪੜ੍ਹੇ ਨੇ, ਸਾਰਾ ਕੁਝ ਮੈਨੂੰ ਆਉਂਦਾ। ਇਹ ਇੱਕ ਸਾਧੂ ਹੈ ਪੰਜਾਬ ਦੇ ਵਿੱਚੋਂ ਆਇਆ, ਇਹਨੇ ਗ੍ਰੰਥ ਦਾ ਮੂੰਹ ਨਹੀਂ ਵੇਖਿਆ ਹੋਣਾ, ਪੜ੍ਹਨਾ ਤੇ ਦੂਰ ਦੀ ਗੱਲ ਹੈ। ਜਦੋਂ ਮੈਂ ਕਹਾਂਗਾ ਮੇਰੇ ਨਾਲ ਚਰਚਾ ਕਰੋ, ਇਹਨਾਂ ਤੋਂ ਚਰਚਾ ਕੀਤੀ ਨਹੀਂ ਜਾਣੀ। ਮੈਂ ਆਖਣਾ ਵੀ ਮੈਂ ਵਿਦਵਾਨ ਅਸਲੀ ਮੈਂ ਆ ਤੇ ਨਕਲੀ ਇਹ ਹੈ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਚਰਚਾ ਕਰੋ ਮੇਰੇ ਨਾਲ।
ਮਹਾਰਾਜ ਚੁੱਪ ਕੀਤੇ ਰਹੇ। ਦੂਜੀ ਵਾਰੀ ਫਿਰ ਆਖਿਆ, ਕਹਿਣ ਲੱਗਾ ਚਰਚਾ ਕਰੋ ਮੇਰੇ ਨਾਲ, ਦੱਸੋ ਤੁਸੀਂ ਕਿਹੜਾ ਗ੍ਰੰਥ ਪੜ੍ਹਿਆ, ਕਿਵੇਂ ਪੜ੍ਹਿਆ, ਉਹਦੇ 'ਚ ਕੀ ਲਿਖਿਆ, ਨਹੀਂ ਤੇ ਮੈਂ ਦੱਸਦਾ। ਸਤਿਗੁਰੂ ਫਿਰ ਚੁੱਪ ਕੀਤੇ ਰਹੇ। ਇਹਨੇ ਵੇਖਿਆ ਵੀ ਮੇਰੀ ਤੇ ਗੱਲ ਬਣਦੀ ਪਈ ਹੈ, ਵੀ ਮੇਰੇ ਅੱਗੇ ਤੇ ਬੋਲਦੇ ਹੀ ਨਹੀਂ ਪਏ, ਤੇ ਮੈਂ ਤੇ ਇਹਨਾਂ ਨੂੰ ਭਜਾ ਹੀ ਦੇਣਾ, ਝੂਠੇ ਸਾਬਤ ਹੋਣਗੇ ਤੇ ਮੈਂ ਅਸਲੀ ਹਾਂ। ਜਦੋਂ ਤੀਜੀ ਵਾਰੀ ਆਖਿਆ ਨਾ ਮਹਾਰਾਜ ਨੂੰ, ਮਹਾਰਾਜ ਚਰਚਾ ਕਰੋ, ਤੇ ਕਹਿਣ ਲੱਗੇ ਪਰੇ ਇੱਕ ਕੁੱਤਾ ਮਰਿਆ ਪਿਆ ਸੀ। ਸਤਿਗੁਰਾਂ ਨੇ ਕੁੱਤੇ ਵੱਲ ਵੇਖਿਆ। ਮਹਾਰਾਜ ਕਹਿੰਦੇ ਤੇਰੇ ਜਾਤ ਭਾਈ ਆਏ ਨੇ, ਕੁੱਤਿਆ ਉੱਠ ਕੇ ਚਰਚਾ ਕਰ। ਜਦੋਂ ਇਹ ਗੱਲ ਆਖੀ ਤੇ ਪੰਡਤ ਨੂੰ ਅੱਗ ਲੱਗ ਗਈ ਵੀ ਮੈਂ ਤੇ ਬੰਦਿਆਂ ਵਿੱਚੋਂ ਵੀ ਮੈਂ ਬ੍ਰਾਹਮਣ, ਉੱਚੀ ਕੁੱਲ ਵਾਲਾ, ਤੇ ਕੁੱਤੇ ਨੂੰ ਮੇਰਾ ਭਰਾ ਆਖਿਆ, ਇਹਨਾਂ ਨੇ ਮੇਰੀ ਤੇ ਬੇਇੱਜ਼ਤੀ ਹੋ ਗਈ ਬਹੁਤ ਜ਼ਿਆਦਾ। ਗੁੱਸੇ ਵਿੱਚ ਆ ਗਿਆ। ਇਸ ਤੋਂ ਪਹਿਲਾਂ ਕਿ ਮਹਾਰਾਜ ਨਾਲ ਝਗੜਾ ਕਰਦਾ, ਉਹ ਕੁੱਤਾ ਹੀ ਬੋਲਣ ਲੱਗ ਪਿਆ। ਕਹਿਣ ਲੱਗਾ ਉਹ ਨਾ ਲੜ, ਇਹ ਪਰਮੇਸ਼ਰ ਨੇ ਜਿਨ੍ਹਾਂ ਨਾਲ ਮੱਥਾ ਲਾ ਕੇ ਬਹਿ ਗਿਆ। ਤੂੰ ਤੇ ਇੱਕ ਗ੍ਰੰਥ ਪੜ੍ਹਿਆ ਤੇ ਆਪਣੇ ਆਪ ਨੂੰ ਵਿਦਵਾਨ ਸਮਝੀ ਬੈਠਾ, ਇਹ ਗ੍ਰੰਥਾਂ ਨੂੰ ਰਚਨਹਾਰ ਨੇ, ਗ੍ਰੰਥ ਬਣੇ ਹੀ ਇਹਨਾਂ ਤੋਂ ਨੇ, ਤੇ ਤੂੰ ਨਾ ਲਾ ਮੱਥਾ ਇਹਨਾਂ ਦੇ ਨਾਲ। ਹੈਰਾਨ ਹੋ ਕੇ ਪੁੱਛਿਆ ਮਹਾਰਾਜ ਨੂੰ, ਕਹਿੰਦਾ ਮਹਾਰਾਜ ਇਹ ਕੌਣ ਹੈ ਜਿਹੜਾ ਕੁੱਤਾ ਮੈਨੂੰ ਕਹਿੰਦਾ ਪਿਆ ਵੀ ਤੂੰ ਚਰਚਾ ਨਾ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਕੁੱਤਾ ਨਹੀਂ, ਇਹ ਤੇਰਾ ਦਾਦਾ ਹੈ। ਪਿਛਲੇ ਜਨਮ ਦੇ ਵਿੱਚ ਤੇਰਾ ਦਾਦਾ ਬਣਿਆ, ਤੂੰ ਇਹਦਾ ਪੋਤਰਾ ਬਣ ਕੇ ਇਸ ਜਨਮ ਵਿੱਚ ਆਇਆ। ਤੇ ਇਹ ਵੀ ਜਿਵੇਂ ਤੂੰ ਸਾਡੇ ਨਾਲ ਕਹਿੰਦਾ ਨਾ ਵੀ ਚਰਚਾ ਕਰ, ਝਗੜਾ ਕਰਦਾ, ਵੀ ਸਾਧੂਆਂ ਨਾਲ ਝਗੜਾ ਹੀ ਕਰਦਾ ਸੀਗਾ। ਤੇ ਸਾਧੂ ਕੋਈ ਬੈਠਾ ਸੀ ਬੰਦਗੀ ਕਰਦਾ ਹੋਇਆ, ਜਦੋਂ ਜਾ ਕੇ ਇਹਨੇ ਸਾਧੂ ਨੂੰ ਤੰਗ ਕੀਤਾ ਤੇ ਉਹਦੇ ਮੁੱਖੋਂ ਹੀ ਗੱਲ ਮੂੰਹੋਂ ਨਿਕਲ ਗਈ, ਸੁਭਾਵਿਕ ਹੀ ਕਹਿਣ ਲੱਗਿਆ ਕਿਉਂ ਕੁੱਤੇ ਵਾਂਗੂ ਮੇਰੇ ਮਗਰ ਲੱਗਾ। ਤੇ ਸਾਧੂ ਦੇ ਮੂੰਹੋਂ ਜਦੋਂ ਬਚਨ ਨਿਕਲਿਆ ਤੇ ਇਹਨੂੰ ਕੁੱਤੇ ਦਾ ਜਨਮ ਤਾਂ ਮਿਲਿਆ ਹੈ, ਇਹ ਤੇਰਾ ਦਾਦਾ। ਇਸ ਤਰ੍ਹਾਂ ਮਹਾਰਾਜ ਨੇ ਉੱਥੇ ਉਹ ਕੌਤਕ ਵਰਤਾਇਆ ਤੇ ਬਾਣੀ ਵੀ ਰਚੀ ਮਹਾਰਾਜ ਨੇ। ਆਪਾਂ ਪੜ੍ਹਦੇ ਹਾਂ ਨਾ 4 ਸ਼ਲੋਕ ਸਹਿਸਕ੍ਰਿਤੀ ਦੇ, ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸੁਮਾਦੰਗ, ਮੁਖ ਝੂਠ ਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰਗ, ਗਲਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਜੋ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋ ਕਰਮੰ, ਕਹੋ ਨਾਨਕ ਨਿਸਤੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਬਚਨ ਫਿਰ ਉੱਥੇ ਵਿਚਾਰੇ। ਇਹ ਸਾਖੀ ਤਾਂ ਸੁਣਾਈ ਹੈ ਵੀ ਭਵਿੱਖਤ ਪੁਰਾਣ ਨਾਮ ਦਾ ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਵੀ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਵਤਾਰ ਆਉਣਾ, ਉਹਦੇ ਵਿੱਚ ਲਿਖਿਆ ਵੀ ਗੋਬਿੰਦ ਰਾਏ ਸਾਹਿਬ ਜੀ ਅਵਤਾਰ ਆਉਣਗੇ, ਉਹਦੇ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਵਤਾਰ ਹੋਣਗੇ। ਇਹ ਪੰਡਤ ਉਸ ਗ੍ਰੰਥ ਦਾ ਹਵਾਲਾ ਦਿੰਦੇ ਪਏ, ਕਹਿੰਦੇ ਮਹਾਰਾਜ ਅਸੀਂ ਆਮ ਪੰਡਤ ਨਹੀਂ ਆ ਲੋਕਾਂ ਨੂੰ ਠੱਗਣ ਵਾਲੇ, ਅਸੀਂ ਵਿਦਵਾਨ ਪੰਡਤ ਹਾਂ, ਗ੍ਰੰਥ ਪੜ੍ਹੇ ਹੋਏ ਨੇ। ਅਸੀਂ ਜਿਹੜੇ ਗ੍ਰੰਥ ਪੜ੍ਹੇ ਨੇ ਉਹਨਾਂ ਵਿੱਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਨੇ ਅਵਤਾਰ ਆਉਣਾ, ਤੁਸੀਂ ਉਸੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 9ਵੇਂ ਵਾਰਸ ਜੇ, 9ਵੀਂ ਥਾਂ 'ਤੇ ਬੈਠੇ ਜੇ। ਫਿਰ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ 'ਤੇ ਕਿਰਪਾ ਕਰੋ। ਮਹਾਪ੍ਰਤਾਪ ਜਗਤ ਮੈਂ ਜੋਵਾ, ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਜਿੰਨਾ ਪ੍ਰਤਾਪ ਕਿਸੇ ਦਾ ਨਹੀਂ ਹੈ। ਸ਼੍ਰੀ ਨਾਨਕ ਤੇ ਆਦਿਕ ਭਏ, ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰਰਾਏ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਹੋਏ ਹਨ। ਚਿੱਤਰ ਪਵਿੱਤਰ ਚਲਿਤਰਨ ਕੀਏ, ਐਸੇ ਗੁਰੂਆਂ ਨੇ ਬੜੇ ਬੜੇ ਪਵਿੱਤਰ ਜਿਹੜੇ ਕੌਤਕ ਨੇ ਕਰਕੇ 4 ਚੁਫੇਰੇ ਸੰਗਤਾਂ ਨੂੰ ਪਵਿੱਤਰ ਕੀਤਾ ਹੈ। ਰੱਖੋ ਆਪ ਹਿੰਦੁਨ ਕੀਟੇ, ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆ ਗਏ ਆ, 9ਵੀਂ ਥਾਂ ਤੇ ਤੁਸੀਂ ਬਿਰਾਜੇ ਹੋ, ਗੁਰੂ ਨਾਨਕ ਸਾਹਿਬ ਦੇ ਆਸਣ ਤੇ ਸਾਡੇ ਹਿੰਦੂਆਂ ਦੀ ਆਪ ਜੀ ਰੱਖਿਆ ਕਰੋ। ਨਾਹਿਨ ਜਗ ਮੈਂ ਰਹਿ ਨਾ ਏਕ, ਤੇ ਜੇ ਤੁਸੀਂ ਨਾ ਕਿਰਪਾ ਕੀਤੀ ਫਿਰ ਦੁਨੀਆ ਤੇ ਇੱਕ ਵੀ ਹਿੰਦੂ ਬਚ ਨਹੀਂ ਸਕੇਗਾ। ਔਰੰਗਜ਼ੇਬ ਨੇ ਛੱਡਣਾ ਕਿਸੇ ਨੂੰ ਨਹੀਂ ਹੈ। ਧਰਮ ਭ੍ਰਿਸ਼ਟ ਜਬ ਸਗਰੇ ਹੋਏ, ਸਤਿਗੁਰੂ ਪਾਤਸ਼ਾਹ ਜੀ ਜਦੋਂ ਰਾਜਾ ਹੀ ਪਾਪੀ ਹੋ ਜਾਵੇ ਤੇ ਫਿਰ ਸੰਸਾਰ ਵਿੱਚੋਂ ਧਰਮ ਭ੍ਰਸ਼ਟ ਹੋ ਜਾਂਦਾ ਹੈ। ਪੂਜਾ ਹੈ ਸੁਰ ਆਦਿਕ ਨ ਕੋਏ, ਤੇ ਫਿਰ ਦੇਵਤਿਆਂ ਦੀ ਪੂਜਾ ਕੌਣ ਕਰੇਗਾ? ਦੇਵਤਿਆਂ ਨੂੰ ਮੁਸਲਮਾਨ ਤੇ ਨਹੀਂ ਨਾ ਮੰਨਦੇ, ਦੇਵਤਿਆਂ ਨੂੰ ਹਿੰਦੂ ਹੀ ਮੰਨਦੇ ਨੇ। ਜਦੋਂ ਹਿੰਦੂ ਹੀ ਮਰ ਗਏ ਜਾਂ ਖਤਮ ਹੀ ਕਰ ਦਿੱਤੇ ਔਰੰਗਜ਼ੇਬ ਨੇ, ਫਿਰ ਦੇਵਤਿਆਂ ਦੀ ਪੂਜਾ ਕੌਣ ਕਰੇਗਾ? ਕਿਸੇ ਨਹੀਂ ਕਰਨੀ। ਇਹ ਦਿਵਾਲੇ ਸ਼ਿਵਾਲੇ ਸਾਰੇ ਖਤਮ ਹੋ ਜਾਣਗੇ, ਇਹ ਆਰਤੀਆਂ ਕਰਨੀਆਂ, ਇਹ ਟੱਲ ਵਜਾਉਣੇ ਸਾਰੇ ਖਤਮ ਹੋ ਜਾਣਗੇ। ਮਹਾਰਾਜ ਨਾ ਦੇਵਤੇ, ਨਾ ਮੰਦਰ ਤੇ ਨਾ ਮੰਦਰਾਂ ਵਿੱਚ ਪੂਜਾ ਕਰਨ ਵਾਲੇ ਪੁਜਾਰੀ, ਨਾ ਪੁਜਾਰੀਆਂ ਦੇ ਕੋਲੋਂ ਪੂਜਾ ਕਰਾਉਣ ਵਾਲੇ ਲੋਕ, ਮਹਾਰਾਜ ਕੋਈ ਨਹੀਂ ਰਹਿ ਜਾਣਾ। ਇਹ ਤੇ ਸਭ ਕੁਝ ਖਤਮ ਹੋ ਜਾਏਗਾ। ਹੋਮ ਜਗ ਸਗਰੇ ਬਿਨ ਸਹਿ ਹੈ, ਤੇ ਮਹਾਰਾਜ ਹੋਮ ਜਗ ਘਰਾਂ ਦੇ ਵਿੱਚ ਜਗ ਕਰਾਉਣੇ, ਅੱਗ ਬਾਲ ਕੇ ਉਹਦੇ ਵਿੱਚ ਘਿਓ ਪਾਉਣਾ, ਫੁੱਲ ਵਗੈਰਾ ਪਾਉਣੇ, ਮੰਤਰਾਂ ਦਾ ਜਾਪ ਕਰਨਾ,
ਸਤਿਗੁਰੂ ਪਾਤਸ਼ਾਹ ਨਾ ਜਗ ਹੋਣਗੇ, ਨਾ ਹਵਨ ਹੋਣਗੇ, ਨਾ ਵੇਦ ਪਾਠੀ ਹੋਣਗੇ, ਨਾ ਵੇਦ ਹੋਣਗੇ, ਨਾ ਲਾਵਾਂ ਹੋਣਗੀਆਂ ਮਹਾਰਾਜ, ਤੇ ਸਭ ਕੁਝ ਮੁੱਕ ਜਾਏਗਾ। ਬਹੁਰ ਦੇਵ ਕਿਮ ਥਿਰਤਾ ਪੈ ਹੈ। ਜੇ ਪੂਜਾ ਕਰਨ ਵਾਲੇ ਹੀ ਨਾ ਰਹੇ ਫਿਰ ਦੇਵਤੇ ਕਿਵੇਂ ਰਹਿਣਗੇ? ਦੇਵਤਿਆਂ ਨੂੰ ਖੁਰਾਕ ਵੀ ਤੇ ਪੂਜਾ ਰਾਹੀਂ ਜਾਂਦੀ ਹੈ ਨਾ। ਭਾਵੇਂ ਅਸੀਂ ਮੰਨਦੇ ਹਾਂ ਭਾਵੇਂ ਨਹੀਂ ਮੰਨਦੇ, ਪਰ ਹਿੰਦੂ ਧਰਮ ਇਹ ਗੱਲ ਮੰਨਦਾ ਹੈ ਵੀ ਜੋ ਤੁਸੀਂ ਪੂਜਾ ਪਾਠ ਵਗੈਰਾ ਜੋ ਕਰਦੇ ਹੋ ਤੁਹਾਡਾ ਕੀਤਾ ਹੈ ਉਹਨਾਂ ਨੂੰ ਪਹੁੰਚਦਾ। ਇਹ ਉਹਦੇ ਮੁਤਾਬਕ ਆਪਣੇ ਧਰਮ ਦੇ ਮੁਤਾਬਕ ਕਹਿ ਰਹੇ ਨੇ, ਆਪਣੇ ਗ੍ਰੰਥਾਂ ਦੇ ਮੁਤਾਬਕ ਹਿੰਦੂ ਲੋਕ ਵੀ ਮਹਾਰਾਜ ਜੇ ਅਸੀਂ ਪੂਜਾ ਪਾਠ ਨਹੀਂ ਕਰਾਂਗੇ, ਜੱਗ ਨਹੀਂ ਕਰਾਂਗੇ, ਹੋਰ ਇਹੋ ਜਿਹੇ ਕਰਮ ਨਹੀਂ ਕਰਾਂਗੇ, ਤੇ ਫਿਰ ਦੇਵਤਿਆਂ ਨੂੰ ਰਾਸ਼ਨ ਕਿੱਥੋਂ ਪਹੁੰਚੇਗਾ? ਫਿਰ ਦੇਵਤੇ ਕਿਵੇਂ ਬੈਠੇ ਰਹਿਣਗੇ? ਪਰ ਹੈ ਮਹਾਨ ਦੁਰਭਿਛ ਘਨੇਰੇ। ਤੇ ਫਿਰ ਬਹੁਤ ਜ਼ਿਆਦਾ ਦੁਰਭਿਛ ਪੈ ਜਾਏਗਾ, ਭਾਵ ਕਿ ਕਾਲ ਪੈ ਜਾਏਗਾ। ਜੇ ਪੂਜਾ ਹਟ ਗਈ, ਪਾਠ ਹਟ ਗਏ, ਆਰਤੀ ਹਟ ਗਈ, ਮੰਦਰਾਂ ਦੇ ਵਿੱਚ ਅਰਚਨਾ ਹਟ ਗਈ, ਤੇ ਪਾਤਸ਼ਾਹ ਜੀ ਫਿਰ ਤੇ ਕਾਲ ਪੈ ਜਾਏਗਾ ਨਾ, ਫਿਰ ਕੁਝ ਰਹਿਣਾ ਨਹੀਂ ਹੈ। ਜਗ ਭੀ ਬਿਨ ਸਜਾਏ ਤਿਸ ਬੇਰੇ। ਤੇ ਫਿਰ ਜੱਗ ਹੁੰਦੇ ਜਿਹੜੇ ਨੇ, ਜੱਗ ਵੀ ਖਤਮ ਹੋ ਜਾਣਗੇ। ਅਸਵਮੇਧ ਜੱਗ, ਇਸੇ ਤਰ੍ਹਾਂ ਹੋਰ ਜਿਹੜੇ ਜੱਗ ਨੇ, ਗਊ ਮੇਧ ਜੱਗ, ਇਹ ਸਾਰੇ ਜੱਗ ਖਤਮ ਹੋ ਜਾਣਗੇ, ਤੇ ਜੱਗ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਸੰਸਾਰ ਵਿੱਚ, ਇਹ ਵੀ ਮੁੱਕ ਜਾਣੇ ਹਨ। ਜਾਂ ਤੇ ਆਬੇ ਹੀ ਬਣੋ ਸਹਾਇ। ਇਸ ਕਰਕੇ ਮਹਾਰਾਜ ਇਸ ਤੋਂ ਪਹਿਲਾਂ ਪੂਜਾ ਖਤਮ ਹੋਵੇ, ਮੰਦਰ ਖਤਮ ਹੋਵੇ, ਪੁਜਾਰੀ ਖਤਮ ਹੋ ਜਾਣ, ਹਿੰਦੂ ਧਰਮ ਹੀ ਖਤਮ ਹੋ ਜਾਏ, ਉਸ ਤੋਂ ਪਹਿਲਾਂ ਆਪ ਜੀ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ। ਹਿੰਦੂ ਧਰਮ ਕੋ ਲਿਹੋ ਬਚਾਏ। ਤੇ ਸਾਡੇ ਹਿੰਦੂ ਧਰਮ ਨੂੰ ਆਪ ਜੀ ਬਚਾ ਲੈਣਾ ਕਰੋ। ਸੁਰ ਆਦਿਕ ਕੀ ਰੱਛਾ ਹੋਏ। ਮਹਾਰਾਜ ਕੱਲੀ ਹਿੰਦੂਆਂ ਦੀ ਰੱਖਿਆ ਵਾਸਤੇ ਨਹੀਂ, ਇਸ ਵੇਲੇ ਦੇਵਤਿਆਂ ਦੀ ਰੱਖਿਆ ਵੀ ਤੁਹਾਡੇ ਹੱਥ ਵਿੱਚ ਹੀ ਹੈ। ਜੇ ਤੁਸੀਂ ਨਹੀਂ ਹੋਵੋਗੇ ਤੇ ਅਸੀਂ ਨਹੀਂ ਹੋਵਾਂਗੇ, ਅਸੀਂ ਪੂਜਾ ਨਹੀਂ ਕਰਾਂਗੇ ਤੇ ਫਿਰ ਦੇਵਤੇ ਵੀ ਮੁੱਕ ਜਾਣਗੇ। ਕੱਲੀ ਹਿੰਦੂਆਂ ਦੀ ਨਹੀਂ, ਹਿੰਦੂਆਂ ਦੇ ਜਿਹੜੇ ਦੇਵਤੇ ਨੇ ਮਹਾਰਾਜ, ਉਹਨਾਂ ਦੀ ਰੱਖਿਆ ਵੀ ਤੁਹਾਡੇ ਹੱਥ ਵਿੱਚ ਹੈ। ਰਹੇ ਜਗਤ ਮੇਰੇ ਜ਼ਿਆਦਾ ਜੋਏ। ਤੇ ਕਿਰਪਾ ਕਰੋ ਸੰਸਾਰ ਵਿੱਚ ਮਰਿਆਦਾ ਕਾਇਮ ਰਵੇ, ਇਹ ਸਾਡੇ ਤੇ ਕਿਰਪਾ ਕਰੋ। ਇਸ ਪ੍ਰਕਾਰ ਬਹੁ ਜੁਗਤਨ ਸਾਥ। ਇਹ ਹੁਣ ਵਿਦਵਾਨ ਪੰਡਤ ਨੇ ਨਾ। ਇੱਕ ਬੰਦਾ ਆਮ ਜਿਹੜਾ ਨਾ ਕਿਤੇ ਪਰੇ ਪੰਚਾਇਤ ਵਿੱਚ ਨਹੀਂ ਬੋਲਦਾ, ਨਹੀਂ ਬੈਠਦਾ, ਨਹੀਂ ਕਿਤੇ ਬਾਹਰ ਅੰਦਰ ਗਿਆ, ਉਹਦੇ ਗੱਲਬਾਤ ਕਰਨ ਦਾ ਤਰੀਕਾ ਕੁਝ ਵੱਖਰਾ ਹੁੰਦਾ। ਸਿੱਧਾ ਠਾਹ ਦੇਣੇ ਕੁਹਾੜੀ ਮਾਰਨੀ, ਚੰਗੀ ਲੱਗੇ ਤੇ ਭਾਵੇਂ ਨਾ ਲੱਗੇ। ਇੱਕ ਬੰਦਾ ਜਿਹੜਾ ਪਰੇ ਪੰਚਾਇਤ ਵਿੱਚ ਬੈਠਦਾ ਜਾਂ ਜਿਹੜਾ ਵਕੀਲ ਅਦਾਲਤ ਵਿੱਚ ਕੇਸ ਲੜਦਾ, ਉਹਦੇ ਬੋਲਣ ਦਾ ਤਰੀਕਾ ਵੱਖਰਾ ਹੁੰਦਾ। ਉਹ ਕਿਸੇ ਨਾ ਕਿਸੇ ਮੁੱਦੇ ਤੇ ਬੋਲੇਗਾ, ਕੋਈ ਨਾ ਕੋਈ ਉਦਾਹਰਨ ਦੇ ਕੇ ਬੋਲੇਗਾ, ਆਪਣੀ ਗੱਲ ਦਾ ਵਜਨ ਬਣਾਏਗਾ ਵੀ ਮੈਂ ਗੱਲ ਕਰਾਂ, ਗੱਲ ਵਿੱਚ ਵਜਨ ਹੋਵੇ ਤਾਂ ਕਿ ਮੇਰੀ ਗੱਲ ਮੰਨੀ ਜਾਵੇ। ਵਕੀਲ ਦਾ ਕਚਹਿਰੀ ਵਿੱਚ ਬੋਲਣਾ ਤੇ ਆਮ ਬੰਦੇ ਦਾ ਘਰ ਵਿੱਚ ਬੋਲਣਾ ਬੜਾ ਫਰਕ ਹੈ। ਇਸੇ ਤਰ੍ਹਾਂ ਆਮ ਬੰਦੇ ਦਾ ਗੁਰੂ ਕੋਲ ਆ ਕੇ ਬੋਲਣਾ ਤੇ ਵਿਦਵਾਨ ਦਾ ਗੁਰੂ ਦੇ ਸਾਹਮਣੇ ਬੋਲਣਾ, ਇਹ ਵੀ ਫਰਕ ਹੈ। ਵਿਦਵਾਨ ਬੰਦਾ ਉਦਾਹਰਨ ਦੇਵੇਗਾ, ਗ੍ਰੰਥਾਂ ਦੀ ਗੱਲ ਕਰੇਗਾ, ਜਗ ਦੀ ਗੱਲ ਕਰੇਗਾ, ਪੂਜਾ ਦੀ ਗੱਲ ਕਰੇਗਾ, ਵੱਡੀਆਂ ਵੱਡੀਆਂ ਗੱਲਾਂ ਦਾ ਵਜਨ ਬਣਾਏਗਾ ਵੀ ਵੇਦਾਂ ਵਿੱਚ ਇਹ ਲਿਖਿਆ, ਸ਼ਾਸਤਰਾਂ ਵਿੱਚ ਇਹ ਲਿਖਿਆ, ਕਿ ਤਕਰੀਰ ਦੇਵੇਗਾ, ਫਿਰ ਗੱਲ ਕਰੇਗਾ। ਇਹ ਹੁਣ ਸਾਰੇ ਵਿਦਵਾਨ ਪੰਡਤ ਨੇ, ਬੜੀ ਇਹਨਾਂ ਨੇ ਵਜਨਦਾਰ ਗੱਲ ਕੀਤੀ ਹੈ। ਮਹਾਰਾਜ ਤੁਸੀਂ ਕਲਯੁਗ ਦੇ ਅਵਤਾਰ ਹੋ, ਸਾਡਾ ਧਰਮ ਡੁੱਬਦਾ ਪਿਆ, ਸਾਡੇ ਧਰਮ ਦੀ ਰਾਖੀ ਕਰੋ। ਇਕੱਲੇ ਹਿੰਦੂ ਧਰਮ ਦੀ ਨਹੀਂ ਮਹਾਰਾਜ, ਦੇਵਤਿਆਂ ਦੀ ਵੀ ਰਾਖੀ ਇਹਦੇ ਨਾਲ ਹੀ ਹੋਣੀ ਹੈ, ਮੰਦਰਾਂ ਦੀ ਰਾਖੀ ਵੀ ਇਹਦੇ ਨਾਲ ਹੀ ਹੋਣੀ। ਐਸੀ ਵਜਨਦਾਰ ਇਹਨਾਂ ਨੇ ਗੱਲ ਬੜੇ ਹਿਸਾਬ ਦੇ ਨਾਲ ਇਹਨਾਂ ਨੇ ਪਾਤਸ਼ਾਹ ਦੇ ਅੱਗੇ ਕੀਤੀ ਹੈ। ਵਿਪਰਨ ਕੀਨ ਸੁਨਾਵਨ ਗਾਥ। ਫਿਰ ਪੜੋ। ਵਿਪਰਨ ਕੀਨ ਸੁਨਾਵਨ ਗਾਥ। ਇਹ ਜਿੰਨੇ ਬ੍ਰਾਹਮਣ ਆਏ ਸਨ, ਕਿਰਪਾ ਰਾਮ ਇਹਨਾਂ ਦਾ ਜਥੇਦਾਰ ਹੈ, ਮੋਢੀ ਹੈ। ਗਿਣਤੀ ਇਹਨਾਂ ਦੀ ਕੋਈ 1200-1400 ਲਿਖੀ ਹੈ ਵਿਦਵਾਨਾਂ ਨੇ। ਇਹਨਾਂ ਸਾਰਿਆਂ ਨੇ ਹੱਥ ਜੋੜ ਕੇ ਤਕਰੀਰ ਦੇ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ। ਅਧਿਕ ਦੁਖਾ ਤੁਰ ਸ਼ਰਨੀ ਪਰ। ਤੇ ਬਹੁਤ ਜ਼ਿਆਦੇ ਦੁਖੀ ਨੇ। ਵਿਦਵਾਨਾਂ ਨੇ ਲਿਖਿਆ ਵੀ ਇਹਨਾਂ ਨੇ ਨਾ ਮੂੰਹ ਦੇ ਵਿੱਚ ਘਾਹ ਦੇ ਡੱਕੇ ਲਾਏ ਹੋਏ, ਘਾਹ ਦੇ ਤੀਲੇ ਮੂੰਹ ਵਿੱਚ ਪਾਏ ਸਨ ਡੱਕੇ, ਕਿਉਂਕਿ ਮੁਗਲਾਂ ਦਾ ਰਾਜ ਸੀ ਤੇ ਮੁਗਲਾਂ ਨੇ ਆਖਿਆ ਸੀ ਵੀ ਤੁਸੀਂ ਸਾਡੇ ਗੁਲਾਮ ਹੋ। ਪਹਿਲੀ ਤੇ ਗੱਲ, ਤੁਸੀਂ ਸਾਡੀ ਕਚਹਿਰੀ ਵਿੱਚ ਆ ਕੇ ਕੋਈ ਬੇਨਤੀ ਕਰ ਹੀ ਨਹੀਂ ਸਕਦੇ, ਕੁਝ ਮੰਗ ਨਹੀਂ ਸਕਦੇ, ਨਾ ਕੁਝ ਆਪਣਾ ਦੁੱਖ ਸਾਨੂੰ ਦੱਸ ਸਕਦੇ ਹੋ। ਪਰ ਫਿਰ ਵੀ ਜੇ ਤੁਸੀਂ ਆਉਣਾ ਵੀ ਚਾਹੋ ਤੇ ਸਾਡੇ ਦਰਬਾਰ ਦੇ ਵਿੱਚ ਮੂੰਹ ਦੇ ਵਿੱਚ ਡੱਕਾ ਪਾ ਕੇ, ਘਾਹ ਦਾ ਤੀਲਾ ਪਾ ਕੇ ਆਉਣਾ, ਤੇ ਇਹ ਸਾਨੂੰ ਆ ਕੇ ਅਹਿਸਾਸ ਕਰਾਉਣਾ ਵੀ ਅਸੀਂ ਤੁਹਾਡੇ ਗੁਲਾਮ ਆ, ਸਾਡੇ ਮੂੰਹ ਬੰਦ ਨੇ। ਜੇ ਤੁਸੀਂ ਕਹੋਗੇ ਤੇ ਅਸੀਂ ਮੂੰਹ ਖੋਲਾਂਗੇ, ਨਹੀਂ ਤੇ ਬੰਦ ਹੀ ਰੱਖਾਂਗੇ। ਜਾਨਵਰਾਂ ਵਾਲਾ, ਪਸ਼ੂਆਂ ਵਾਲਾ ਸਾਡਾ ਹਾਲ ਹੈ। ਤੁਸੀਂ ਇਸ ਤਰ੍ਹਾਂ ਸਾਡੀ ਕਚਹਿਰੀ ਵਿੱਚ ਆਉਣਾ।
ਇੰਨੇ ਡਰੇ ਹੋਏ ਮੁਗਲਾਂ ਤੋਂ, ਇੰਨੇ ਸਹਿਮੇ ਹੋਏ। ਇਹ ਜਿਹੜੇ ਵਿਦਵਾਨ ਸਨ ਆਪਣੇ ਮੂੰਹ ਦੇ ਵਿੱਚ ਤੀਲੇ ਪਾ ਕੇ ਨਾ ਘਾਹ ਦੇ, ਡਰੇ ਹੋਏ ਨੇ, ਰੰਗ ਇਹਨਾਂ ਦੇ ਉੱਡੇ ਹੋਏ ਨੇ, ਤੇ ਬਹੁਤ ਜ਼ਿਆਦਾ ਡਰ ਦੇ ਸਮੇਤ ਮਹਾਰਾਜ ਦੇ ਸਾਹਮਣੇ ਆ ਕੇ ਬੇਨਤੀ ਕਰਦੇ ਹਨ। ਬਾਰ ਬਾਰ ਬਹੁ ਉਸਤਤ ਕਰੈ, ਤੇ ਸਤਿਗੁਰਾਂ ਨੂੰ ਵਾਰ-ਵਾਰ ਹੀ ਕਹਿੰਦੇ, ਮਹਾਰਾਜ ਵੀ ਇਹ ਸਾਡੀ ਬੇਨਤੀ ਆਪ ਜੀ ਮੰਨ ਲਵੋ, ਇਹ ਸਾਡੀ ਬੇਨਤੀ ਮੰਨ ਲਵੋ, ਇਹ ਸਾਡੀ ਫਰਿਆਦ ਮੰਨ ਲਓ, ਵਾਰ-ਵਾਰ ਕਹਿੰਦੇ ਹਨ। ਦੋਹਰਾ ਸੁਨਤ ਦਿਜਨ ਤੇ ਸਤਿਗੁਰੂ ਚਿਤਵਤ ਭਏ ਉਪਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੇਨਤੀ ਤੇ ਸੁਣ ਲਈ ਹੈ। ਹੁਣ ਮਹਾਰਾਜ ਸੁਣ ਕੇ ਬੇਨਤੀ ਬੋਲੇ ਕੁਝ ਨਹੀਂ, ਮਨ ਵਿੱਚ ਸੋਚਣ ਲੱਗ ਪਿਆ ਵੀ ਇਹਦਾ ਹੁਣ ਯਤਨ ਕੀ ਹੈ। ਇਹ ਤੇ ਆ ਗਏ ਸਾਡੇ ਕੋਲ ਵੀ ਧਰਮ ਦੀ ਰਾਖੀ ਕਰੋ। ਹੁਣ ਉਹਨਾਂ ਨੂੰ ਵੀ ਨਹੀਂ ਪਤਾ, ਪੰਡਤਾਂ ਨੂੰ ਪਤਾ ਨਹੀਂ ਹੈ ਵੀ ਰਾਖੀ ਹੋਣੀ ਕਿਵੇਂ ਹੈ। ਉਹਨਾਂ ਦਾ ਇਰਾਦਾ ਤੇ ਇਹ ਹੋਵੇਗਾ ਨਾ ਵੀ ਮਹਾਰਾਜ ਆ ਕੇ ਉਹ ਔਰੰਗਜ਼ੇਬ ਨਾਲ ਗੱਲ ਕਰਨਗੇ ਤੇ ਉਹ ਮੰਨ ਜਾਏਗਾ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹਦੇ ਵਾਸਤੇ ਕਰਨਾ ਕੀ ਪੈਣਾ। ਦੁਨੀਆ ਨੂੰ ਭਵਿੱਖ ਦੱਸ ਦਿੰਦੇ ਨੇ ਗ੍ਰੰਥ ਪੜ੍ਹ ਕੇ, ਜੋਤਸ਼ੀ ਤੇਰੇ ਨਾਲ ਕੱਲ ਇਹ ਹੋਵੇਗਾ, ਪਰਸੋਂ ਇਹ ਹੋਵੇਗਾ। ਦੁਨੀਆ ਨੂੰ ਜੋਤਿਸ਼ ਸਮਝਾਉਣ ਵਾਲਿਆ, ਜੋਤਿਸ਼ ਪੜ੍ਹ ਕੇ ਦੁਨੀਆ ਨੂੰ ਭਵਿੱਖ ਦੱਸਣ ਵਾਲਿਆ, ਜਦੋਂ ਭਵਿੱਖ ਖਤਰੇ ਵਿੱਚ ਪਿਆ ਸੀ ਨਾ ਔਰੰਗਜ਼ੇਬ ਦੇ ਸਾਹਮਣੇ, ਉਦੋਂ ਕੋਈ ਜੋਤਿਸ਼ ਦਾ ਕਹਿਤਾ ਨਹੀਂ ਸੀ ਚੱਲਿਆ ਉੱਥੇ, ਨਾ ਕੋਈ ਜੋਤਿਸ਼ ਚੱਲਿਆ, ਨਾ ਕੋਈ ਉਪਾਅ ਚੱਲਿਆ, ਉਦੋਂ ਕੁਝ ਨਹੀਂ ਚੱਲਿਆ ਉੱਥੇ। ਜੇ ਇੰਨਾ ਹੀ ਤੇਰਾ ਜੋਤਿਸ਼ ਬਲ ਵਾਲਾ ਤੇ ਫਿਰ ਔਰੰਗਜ਼ੇਬ ਦੇ ਅੱਗੇ ਕਰਦਾ ਨਾ ਕੁਝ ਤਾਂ ਪਤਾ ਲੱਗਦਾ। ਦੁਨੀਆ ਨੂੰ ਭਵਿੱਖ ਦੱਸਣ ਵਾਲੇ ਜਿਹੜੇ ਪੰਡਤ ਆਏ ਨੇ, ਪਤਾ ਇਹਨਾਂ ਨੂੰ ਵੀ ਨਹੀਂ ਹੈ ਵੀ ਸਾਡਾ ਧਰਮ ਹੁਣ ਬਚਣਾ ਕਿਵੇਂ ਹੈ। ਬੇਨਤੀ ਤੇ ਕਰ ਦਿੱਤੀ ਹੈ ਵੀ ਧਰਮ ਬਚਾਓ, ਦੁਨੀਆ ਨੂੰ ਦੱਸਿਆ ਭਵਿੱਖ ਤੇਰੇ ਨਾਲ ਕੱਲ੍ਹ ਨੂੰ ਇਹ ਹੋਵੇਗਾ, ਅਗਲੇ ਸਾਲ ਇਹ ਹੋਵੇਗਾ, ਉਦੋਂ ਅਗਲੇ ਸਾਲ ਇਹ ਹੋਵੇਗਾ, ਪਰ ਇਹ ਨਹੀਂ ਇਹਨਾਂ ਨੂੰ ਪਤਾ ਵੀ ਧਰਮ ਹੁਣ ਬਚਣਾ ਕਿਵੇਂ ਹੈ, ਕੱਲ੍ਹ ਨੂੰ ਸਾਡੇ ਨਾਲ ਕੀ ਹੋਣਾ ਇਹ ਨਹੀਂ ਪਤਾ। ਤੇ ਸਤਿਗੁਰਾਂ ਨੇ ਬੇਨਤੀ ਤੇ ਸੁਣ ਲਈ ਹੈ। ਮਹਾਰਾਜ ਸੋਚਣ ਲੱਗ ਪਏ, ਇਹਨਾਂ ਨੇ ਤੇ ਸਾਡੇ ਤੇ ਗੱਲ ਸੁੱਟ ਦਿੱਤੀ ਹੈ, ਹੁਣ ਅਸੀਂ ਇਹੋ ਜਿਹਾ ਕੀ ਕਰੀਏ ਜਿਹਦੇ ਨਾਲ ਧਰਮ ਬਚੇ। ਕੋਈ ਇਹੋ ਜਿਹੀ ਤਰਕੀਬ ਲੜਾਈਏ, ਇਹੋ ਜਿਹੀ ਯੋਜਨਾ ਬਣਾਈਏ, ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਇਹਨਾਂ ਦਾ ਧਰਮ ਬਚ ਜਾਵੇ। ਸ਼੍ਰੀ ਨਾਨਕ ਕੋ ਬਰ ਮਹਾਰਾਜ ਤੁਰਕ ਵੱਡ ਪਾਏ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਵੀ ਜਾਣਦੇ ਨੇ ਵੀ ਜੇ ਮੁਗਲਾਂ ਦਾ ਇਸ ਵੇਲੇ ਇੰਨਾ ਡਰ ਖੌਫ ਹੈ ਨਾ, ਇੰਨਾ ਰਾਜ ਤਗੜਾ, ਉਹਦੇ ਪਿੱਛੇ ਵੀ ਇੱਕ ਕਾਰਨ ਹੈ। ਉਹ ਕਾਰਨ ਕੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ ਆਖਿਆ ਸੀ, ਬਾਬਰ ਬਾਦਸ਼ਾਹ, ਕਿਉਂਕਿ ਬਾਬਰ ਆਇਆ ਨਾ ਰਾਜ ਲੈਣ ਵਾਸਤੇ, ਮਹਾਰਾਜ ਕਹਿਣ ਲੱਗੇ ਤੇਰੀਆਂ ਪੁਸ਼ਤਾਂ ਵਿੱਚ, ਪੀੜ੍ਹੀਆਂ ਵਿੱਚ ਰਾਜ ਰਹੇਗਾ। ਹੁਣ ਪਾਤਸ਼ਾਹ ਜਾਣਦੇ ਨੇ ਵੀ ਸਾਡੇ ਵੱਡਿਆਂ ਨੇ ਰਾਜ ਦਾ ਵਰ ਦਿੱਤਾ, ਇਹ ਕਹਿੰਦੇ ਵੀ ਸਾਡੇ ਧਰਮ ਦੀ ਰੱਖੀ ਕਰੋ, ਹੁਣ ਕੀ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤਖਤ 'ਤੇ ਬੈਠੇ ਸੋਚਦੇ ਪਏ ਨੇ ਸਤਿਗੁਰੂ ਇਹਨਾਂ ਨੂੰ ਕੀ ਜਵਾਬ ਦੇਣਗੇ, ਜਾਂ ਇਹੋ ਜਿਹਾ ਕਿਹੜਾ ਉਪਾਅ ਕਰਨਗੇ ਜਿਹਦੇ ਨਾਲ ਇਹਨਾਂ ਦਾ ਧਰਮ ਬਚੇ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ।